ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਨੀ ਹੈ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਦੀ ਤਸਕਰੀ ਤੇ ਤਸਕਰਾਂ ਨੂੰ ਪਨਾਹ ਦੇਣ ਦਾ ਇੱਕ ਮੁਕੱਦਮਾ ਜੋ ਕਿ ਦਸੰਬਰ 2021 ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਕਾਂਗਰਸ ਸਰਕਾਰ ਦੇ ਵੇਲੇ ਦਰਜ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਸਿੱਟ ਵੱਲੋਂ ਉਹਨਾਂ ਨੂੰ ਤਾਜ਼ਾ ਸੰਮਨ ਜਿਹੜੇ ਜਾਰੀ ਕੀਤੇ ਗਏ ਨੇ, ਜਿਨ੍ਹਾਂ ਨੂੰ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੇ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਲਵ ਲੈਟਰ ਦੱਸਿਆ। ਦੋਸਤੋ ਇਹ ਮਾਮਲਾ ਬਹੁਤ ਹੀ ਇੰਪੋਰਟੈਂਟ ਮਾਮਲਾ ਹੈ ਤੇ ਇਸ ਉੱਤੇ ਮੇਰੀ ਸੀਰੀਜ਼ ਆਫ ਰਿਪੋਰਟਸ ਹੈਗੀਆਂ ਨੇ ਕਿਉਂਕਿ ਉਹਨਾਂ ਦਿਨਾਂ ਯਾਨੀ ਕਿ 2021 ਦੇ ਆਖਰੀ ਕੁਝ ਮਹੀਨੇ ਤੇ 2022 ਦੇ ਮਹੀਨੇ ਜਦੋਂ ਕਿ ਪੰਜਾਬ ਦਾ ਚੋਣ ਵੀ ਸੀ, ਵਿਕਰਮ ਸਿੰਘ ਮਜੀਠੀਆ ਇੱਕ ਲੰਮਾ ਸਮਾਂ ਚੋਣਾਂ ਦੇ ਵਿੱਚ ਜਾਂ ਚੋਣ ਪ੍ਰਚਾਰ ਦੇ ਵਿੱਚ ਨਹੀਂ ਸੀ ਆ ਪਾਏ ਕਿਉਂਕਿ ਉਹ ਉਸ ਵਕਤ ਭਗੌੜੇ ਤਰੀਕੇ ਨਾਲ ਸਨ। ਉਹਨਾਂ ਨੂੰ ਅਦਾਲਤਾਂ ਨੇ ਬੇਲਾਂ ਨਹੀਂ ਦਿੱਤੀਆਂ। ਬਾਅਦ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਇੰਟੈਰਿਮ ਬੇਲ ਮਿਲੀ। ਆਪਣੀ ਬੇਲ ਲਈ ਉਹਨਾਂ ਨੇ ਸੁਪਰੀਮ ਕੋਰਟ ਤੱਕ ਦਾ ਵੀ ਬੂਹਾ ਖੜਕਾਇਆ, ਜਿਸ ਤੋਂ ਬਾਅਦ ਇੱਕ ਰਾਹਤ ਦਿੰਦਿਆਂ ਹੋਇਆਂ ਵਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ। ਵਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਿਆ ਤੇ ਆਪਣੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਨੂੰ ਆਪਣੇ ਹਲਕੇ ਮਜੀਠਾ ਤੋਂ ਇਲੈਕਸ਼ਨ ਲੜਾਈ। ਇਲੈਕਸ਼ਨ ਜਿਵੇਂ ਹੀ ਖਤਮ ਹੁੰਦੇ ਨੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਐਜ਼ ਪਰ ਦਾ ਕੋਰਟ ਕੰਡੀਸ਼ਨਸ ਆਪਣੇ ਆਪ ਨੂੰ ਸਰੈਂਡਰ ਕੀਤਾ, ਆਤਮ ਸਮਰਪਣ ਕੀਤਾ। ਉਸ ਵਕਤ ਉਸ ਦਿਨ ਜਦੋਂ ਕਿ ਵਿਕਰਮ ਸਿੰਘ ਮਜੀਠੀਆ ਮੋਹਾਲੀ ਦੀ ਅਦਾਲਤ ਦੇ ਵਿੱਚ ਇਸ ਮੁਕੱਦਮੇ ਦੇ ਵਿੱਚ ਖੁਦ ਹਾਜ਼ਰ ਹੁੰਦੇ ਨੇ, ਆਤਮ ਸਮਰਪਣ ਕਰਦੇ ਨੇ। ਇਸ ਮਾਮਲੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੋ ਕਿ ਇੱਕ ਬਲਰਾਜ ਸਿੰਘ ਨਾਂ ਦੇ ਪੁਲਿਸ ਅਧਿਕਾਰੀ ਦੇ ਹੇਠ ਬੜੀ ਸੀ, ਉਸ ਵੱਲੋਂ ਮਹਿਜ਼ 1 ਘੰਟੇ ਦੀ ਪੁੱਛਗਿੱਛ ਉਸੇ ਕੋਰਟ ਦੇ ਰੂਮ ਦੇ ਵਿੱਚ, ਕੋਰਟ ਦੇ ਪਰਿਸਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੋਂ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਨਿਆਇਕ ਹਿਰਾਸਤ ਯਾਨੀ ਕਿ ਜੁਡੀਸ਼ੀਅਲ ਕਸਟਡੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਯਾਨੀ ਕਿ ਉਹ ਪੁਲਿਸ ਰਿਮਾਂਡ ਜੋ ਕਿ ਕਿਸੇ ਵੀ ਅਪਰਾਧੀ ਦੀ ਇੱਕ ਬਹੁ ਕਰੋੜੀ ਡਰੱਗ ਦਾ ਘੁਟਾਲਾ ਜਿਸ ਦੇ ਵਿੱਚ ਇੱਕ ਐਡੇ ਵੱਡੇ ਪੱਧਰ ਦਾ ਇੰਟਰਨੈਸ਼ਨਲ ਰੈਕਟ ਕਈ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਹੀ 2012-13 ਦੇ ਉਹਨਾਂ ਸਾਲਾਂ ਦੌਰਾਨ ਬਸਟ ਕੀਤਾ ਗਿਆ ਸੀ। ਇਸ ਲੈਵਲ ਤੇ ਇਸ ਪ੍ਰਪੋਰਸ਼ਨ ਦੇ ਡਰੱਗ ਘੁਟਾਲੇ ਦੇ ਵਿੱਚ ਮਹਿਜ਼ 1 ਘੰਟੇ ਦੀ ਪੁੱਛਗਿੱਛ ਵਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਤੇ ਉਹ ਵੀ ਕੋਈ ਪੁੱਛਗਿੱਛ ਨਹੀਂ ਸੀ, ਇੱਕ ਰਸਮ ਅਦਾਇਗੀ ਕੀਤੀ ਗਈ ਤਾਂ ਕਿ ਕੱਲ ਨੂੰ ਜੇ ਕੋਈ ਪੁੱਛੇ ਕਿ ਕੀ ਵਿਕਰਮ ਸਿੰਘ ਮਜੀਠੀਆ ਤੋਂ ਕਦੇ ਵੀ ਕਿਸੇ ਲੈਵਲ ਤੇ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਇਹ ਨਾ ਕਿਹਾ ਜਾਏ ਕਿ ਪੁਲਿਸ ਨੇ ਪੁੱਛਗਿੱਛ ਨਹੀਂ ਕੀਤੀ। ਲੇਕਿਨ ਇਹ ਕੋਈ ਪੁੱਛਗਿੱਛ ਨਹੀਂ ਸੀ। ਉਸ ਵਕਤ ਵੀ ਮੈਂ ਆਪਣੀਆਂ ਰਿਪੋਰਟਾਂ ਬਣਾਈਆਂ ਸਨ 2021 ਦੇ ਅੰਤ ਤੇ 2022 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ। ਹੁਣ ਬਣਦਾ ਤਾਂ ਇਹ ਸੀ ਕਿ ਜਿਵੇਂ ਹੀ ਭਗਵੰਤ ਮਾਨ ਸੱਤਾ ਸਾਂਭਦੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ, ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਣਾ ਚਾਹੀਦਾ ਸੀ। ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਬਲਰਾਜ ਸਿੰਘ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਸ ਨੂੰ ਬਾਅਦ ਦੇ ਵਿੱਚ ਬਦਲਿਆ ਗਿਆ, ਬਲਰਾਜ ਸਿੰਘ ਨੂੰ ਹਟਾ ਦਿੱਤਾ ਗਿਆ, ਕਿਸੇ ਹੋਰ ਅਫਸਰ ਨੂੰ ਲਾਇਆ ਗਿਆ। ਉਸ ਵਕਤ ਇੱਕ ਤੋਂ ਬਾਅਦ ਇੱਕ ਮੇਰੀਆਂ ਕ੍ਰਿਟੀਕਲ ਰਿਪੋਰਟਸ ਆਈਆਂ, ਮੀਡੀਆ ਦੇ ਵਿੱਚ ਵੀ ਚਰਚਾਵਾਂ ਹੋਈਆਂ, ਇੱਕ ਕਾਫੀ ਕ੍ਰਿਟੀਕਲ ਵਿਊ ਲਿਆ ਗਿਆ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੀ ਕੰਪਰੋਮਾਈਜ਼ ਹੋ ਗਈ ਹੈ ਕਿ ਇੱਕ ਸਮਝੌਤਾ ਕਰ ਲਿਆ ਗਿਆ ਹੈ। ਵਿਕਰਮ ਸਿੰਘ ਮਜੀਠੀਆ ਦੇ ਪ੍ਰਤੀ ਇੱਕ ਨਰਮ ਰੁਖ ਅਪਣਾਇਆ ਜਾ ਰਿਹਾ ਤੇ ਬਹੁਤ ਹੀ ਸੁਖਾਲੇ ਢੰਗ ਦੇ ਨਾਲ ਉਹ ਜਾ ਕੇ ਪਟਿਆਲੇ ਦੀ ਜੇਲ੍ਹ ਵਿੱਚ ਬੈਠ ਜਾਂਦੇ ਨੇ। ਤੇ ਹੈਰਾਨੀ ਦੀ ਗੱਲ ਇਹ ਸੀ ਕਿ ਪਟਿਆਲੇ ਦੀ ਜੇਲ੍ਹ ਵਿੱਚ ਬੈਠ ਕੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀਆਂ ਜ਼ਮਾਨਤ ਯਾਚਿਕਾਵਾਂ ਸਨ ਜੋ ਕਿ ਕਿਸੇ ਲੈਵਲ ਦੇ ਉੱਤੇ ਜੇ ਫੇਲ ਵੀ ਹੋਈਆਂ ਯਾਨੀ ਕਿ ਉਹਨੇ ਜ਼ਮਾਨਤ ਖਾਰਜ ਵੀ ਹੋਈ, ਉਸ ਨੂੰ ਉਤਲੀ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਤੱਕ ਉਹਨਾਂ ਨੇ ਚੁਣੌਤੀ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਨਿਆਇਕ ਤੇ ਬਚਾਅ ਪੱਖ ਨੇ ਉਹਨਾਂ ਨੂੰ ਸਲਾਹ ਜ਼ਰੂਰ ਦਿੱਤੀ ਹੋਏਗੀ, ਉਹਨਾਂ ਦੇ ਵਕੀਲਾਂ ਨੇ ਇਹ ਸਲਾਹ ਜ਼ਰੂਰ ਦਿੱਤੀ ਹੋਏਗੀ ਕਿ NDPS ਐਕਟ ਦੇ ਸੈਕਸ਼ਨ 27A ਤੇ ਸੈਕਸ਼ਨ 29 ਜਿਹੜੇ ਵੀ ਅਪਰਾਧੀ ਹੈ, ਜਿਹੜੇ ਵੀ ਮੁਲਜ਼ਮ ਦੇ ਖਿਲਾਫ ਇਹ ਸੈਕਸ਼ਨ ਲੱਗੇ ਹੋਣ, ਉਸ ਨੂੰ ਜ਼ਮਾਨਤ ਮਿਲਣ ਦਾ ਤਾਂ ਮਤਲਬ ਹੀ ਨਹੀਂ ਬਣਦਾ। ਇਹ ਚੀਜ਼ ਸੰਭਵ ਸੀ ਕਿ ਜੇ ਵਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦਾ ਬੂਹਾ ਉਸ ਵਕਤ ਖੜਕਾਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਉਹਨਾਂ ਦੀ ਜ਼ਮਾਨਤਾਂ ਖਾਰਜ ਹੋਣੀਆਂ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਈ ਸਾਲ ਤੱਕ ਜੇਲ੍ਹ ਵਿੱਚ ਰਹਿਣਾ ਸੀ। ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਉਹਨਾਂ ਦਾ ਜਿਹੜਾ ਬਚਾਅ ਪੱਖ ਸੀ ਸੁਪਰੀਮ ਕੋਰਟ ਤੱਕ ਚੈਲੰਜ ਨਹੀਂ ਦਿੱਤਾ, ਲੇਕਿਨ ਬਾਅਦ ਦੇ ਵਿੱਚ ਹਾਈ ਕੋਰਟ ਤੋਂ ਹੀ ਉਹ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਹੋਏ। ਉਸ ਵਕਤ ਵੀ ਮੈਂ ਇੱਕ ਰਿਪੋਰਟ ਬਣਾਈ ਸੀ ਜਦੋਂ ਕਿ ਆਪਾਂ ਇੱਕ ਚੀਜ਼ ਉੱਤੇ ਸਵਾਲ ਖੜੇ ਕੀਤੇ ਸੀ ਕਿ 10-10, 20-20 ਗ੍ਰਾਮ ਵੀ ਲੋਕਾਂ ਤੇ ਜਿਹੜਾ ਨਸ਼ਾ ਹੁੰਦਾ ਹੈ ਉਹਨਾਂ ਨੂੰ ਵੀ ਕਈ ਸਾਲ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ। NDPS ਐਕਟ ਬਹੁਤ ਹੀ ਸਖਤ ਐਕਟ ਹੈ। NDPS ਐਕਟ ਦੀਆਂ ਧਾਰਾਵਾਂ ਐਡੀਆਂ ਕਿ ਸਖਤ ਨੇ, ਇਸ ਦੀ ਵਰਤੋਂ ਤੇ ਦੁਰਵਰਤੋਂ ਇਸ ਦੀ ਸਖਤੀ ਦੇ ਕਾਰਨ ਵੀ ਹੁੰਦੀ ਹੈ। ਪੁਲਿਸ ਕਈ ਅਪਰਾਧੀਆਂ ਦੇ ਉੱਤੇ ਨਜਾਇਜ਼ ਵੀ ਨਸ਼ੇ ਪਾ ਦਿੰਦੀ ਹੈ ਇਸ ਚੱਕਰ ਦੇ ਵਿੱਚ ਕਿ ਕਿਤੇ ਬੇਲ ਜਾਂ ਜ਼ਮਾਨਤ ਲੈ ਕੇ ਕਿਸੇ ਵੀ ਹੋਰ ਮੁਕੱਦਮੇ ਦੇ ਵਿੱਚ ਇਹ ਵਿਅਕਤੀ ਬਾਹਰ ਨਾ ਜਾਣ। ਕੋਈ ਗੈਂਗਸਟਰ, ਕੋਈ ਕ੍ਰਿਮੀਨਲ ਹਥਿਆਰਾਂ ਦੇ ਨਾਲ ਫੜਿਆ ਜਾਏਗਾ, ਤੁਸੀਂ ਅਕਸਰ ਖਬਰਾਂ ਸੁਣਦੇ ਹੋ ਕਿ ਉਸ ਤੋਂ ਥੋੜਾ ਜਿਹਾ ਨਸ਼ਾ ਬਰਾਮਦ ਹੋਇਆ, ਉਹ ਨਸ਼ਾ ਉਸ ਕੋਲ ਸੀ ਜਾਂ ਨਹੀਂ ਸੀ, ਲੇਕਿਨ ਉਸ ਉੱਤੇ ਸਿਰਫ ਇਸ ਵਾਸਤੇ ਪਾਇਆ ਜਾਂਦਾ ਹੈ ਕਿ ਇਸ ਨੂੰ ਜ਼ਮਾਨਤ ਨਾ ਮਿਲ ਪਾਏ। ਸੋ ਜਦੋਂ 10-10, 20-20, 25-25 ਗ੍ਰਾਮ ਨਸ਼ੇ ਦੇ ਨਾਲ ਫੜੇ ਜਾਣ ਵਾਲੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਸਾਲੋਂ ਸਾਲ ਨਹੀਂ ਹੁੰਦੀਆਂ, ਵਿਕਰਮ ਸਿੰਘ ਮਜੀਠੀਆ ਜਿਸ ਉੱਤੇ ਸੈਕਸ਼ਨ 27A ਤੇ 29 ਇੱਕ ਬਹੁਤ ਹੀ ਸਖਤ ਧਾਰਾਵਾਂ ਹੈਗੀਆਂ ਨੇ, ਇਸ ਦੇ ਵਿੱਚ ਤੁਸੀਂ ਨਸ਼ੇ ਦੇ ਤਸਕਰਾਂ ਨੂੰ ਤੇ ਨਸ਼ੇ ਦੀ ਤਸਕਰੀ ਲਈ ਜਿਹੜੇ ਵੀ ਸੰਸਾਧਨ ਹੁੰਦੇ ਨੇ ਉਹਨਾਂ ਨੂੰ ਪੈਟਰਨਾਈਜ਼ ਕਰ ਦਿਓ। ਇਸ ਤਰੀਕੇ ਦੇ ਚਾਰजेस ਨੇ ਜਿਨ੍ਹਾਂ ਦੇ ਵਿੱਚ ਜ਼ਮਾਨਤਾਂ ਦਾ ਮਿਲਣਾ ਬਹੁਤ ਹੀ ਔਖਾ ਹੁੰਦਾ ਹੈ, ਲੇਕਿਨ ਇਸ ਤਰੀਕੇ ਦੀਆਂ ਧਾਰਾਵਾਂ ਦੇ ਵਿੱਚ ਵੀ
ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ। ਇਸ ਉੱਤੇ ਵੀ ਮੈਂ ਇੱਕ ਰਿਪੋਰਟ ਬਣਾਈ ਸੀ। ਲੇਕਿਨ ਆਪਣੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਨੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਇਸ ਸਮਨ ਨੂੰ ਲਵ ਲੈਟਰ ਕਹਿ ਕੇ ਸੰਬੋਧਨ ਕੀਤੇ ਜਾਣ ਦੇ ਵਿਸ਼ੇ ਨੂੰ ਲੈ ਕੇ। ਹੁਣ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਨੇ ਆਪਣੇ ਪਿਤਾ ਦੇ ਖਿਲਾਫ ਕੁਝ ਇਲਜ਼ਾਮ ਲਾਤੇ ਤੇ ਵਿਕਰਮ ਸਿੰਘ ਮਜੀਠੀਆ ਨੇ ਵਧਾ ਚੜਾ ਕੇ ਪ੍ਰੈਸ ਕਾਨਫਰੰਸ ਕਰਕੇ ਉਸ ਵਿਸ਼ੇ ਨੂੰ ਚੁੱਕਿਆ। ਉਸ ਤੋਂ ਬਾਅਦ ਕੀ ਇੱਕ ਜਵਾਬੀ ਕਾਰਵਾਈ, ਇੱਕ ਬਦਲਾਖੋਰੀ ਦੀ ਕਾਰਵਾਈ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਮਨ ਭੇਜੇ ਨੇ। ਇਹ ਚੀਜ਼ ਪੋਸੀਬਲ ਹੈ। ਹਾਲਾਂਕਿ ਦਸੰਬਰ 2021 ਦੇ ਵਿੱਚ ਦਰਜ ਇਹ ਕੇਸ, ਇਹ ਮੁਕੱਦਮਾ ਐਨਡੀਪੀਐਸ ਐਕਟ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਂਗਰਸ ਦੀ ਸਰਕਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ ਨੇ, ਡੀਜੀਪੀ ਐਸਐਸ ਚਟੋਪਾਧਿਆਏ ਹੁੰਦੇ ਨੇ। ਇਸ ਮੁਕੱਦਮੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਤਾਂ ਮਾਰਚ 2022 ਤੋਂ ਬਾਅਦ ਕਿਸੇ ਵਕਤ ਵੀ ਬੁਲਾਇਆ ਜਾ ਸਕਦਾ ਸੀ। ਭਗਵੰਤ ਮਾਨ ਦੀ ਸਰਕਾਰ ਨੇ 1.5 ਸਾਲ ਤੱਕ ਉਡੀਕ ਕਿਸ ਚੀਜ਼ ਦੀ ਕੀਤੀ? 1.5 ਸਾਲ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਲਈ ਕਿਉਂ ਨਹੀਂ ਬੁਲਾਇਆ ਗਿਆ? ਕੀ ਇੱਕ ਅਜਿਹੇ ਮੌਕੇ ਦਾ ਇੰਤਜ਼ਾਰ ਹੋ ਰਿਹਾ ਸੀ? ਵਿਕਰਮ ਸਿੰਘ ਮਜੀਠੀਆ ਨੇ ਵੀ ਇਹਨਾਂ 1.5 ਸਾਲਾਂ ਦੌਰਾਨ ਇੱਕ ਤੋਂ ਬਾਅਦ ਇੱਕ ਭਗਵੰਤ ਮਾਨ ਦੀ ਸਰਕਾਰ ਦੀ ਨਾਕਾਮਯਾਬੀਆਂ ਨੂੰ, ਫੇਲਿਅਰਸ ਨੂੰ ਵਧਾ ਚੜਾ ਕੇ ਤੇ ਮੈਗਨੀਫਾਈ ਕਰਕੇ ਦਰਸਾਇਆ ਵੀ। ਤੇ ਕੁਝ ਹੱਦ ਤੱਕ ਵਿਕਰਮ ਸਿੰਘ ਮਜੀਠੀਆ ਉਹਨਾਂ ਸਾਰੇ ਫੇਲਿਅਰਸ ਨੂੰ ਮੈਗਨੀਫਾਈ ਕਰਕੇ ਦਿਖਾਉਣ ਦੇ ਲਈ ਸਹੀ ਵੀ ਨੇ। ਆਪਣੀ ਜਗ੍ਹਾ ਇੱਕ ਵਿਰੋਧੀ ਲੀਡਰ ਦੇ ਰੂਪ ਵਿੱਚ ਉਹਨਾਂ ਨੇ ਆਪਣੀ ਭੂਮਿਕਾ ਕਾਰਗਰ ਰੂਪ ਵਿੱਚ ਅਦਾ ਕੀਤੀ ਹੈ। ਚਾਹੇ ਤਾਂ ਸੈਂਡ ਮਾਈਨਿੰਗ ਦੇ ਮਾਮਲੇ ਹੋਣ, ਚਾਹੇ ਕਿਸੇ ਵੀ ਕਿਸਮ ਦੇ ਮਾਮਲੇ ਹੋਣ, ਆਪਾਂ ਉਹਨਾਂ ਦੀ तमाम ਪ੍ਰੈਸ ਕਾਨਫਰੰਸਿਸ ਨੂੰ ਸੁਣਦੇ ਹਾਂ। ਲੇਕਿਨ ਅੱਜ ਜੇ ਵਿਕਰਮ ਸਿੰਘ ਮਜੀਠੀਆ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਉਹਨਾਂ ਨੂੰ ਲਵ ਲੈਟਰ ਭੇਜਿਆ ਹੈ, ਜੇ ਵਿਕਰਮ ਸਿੰਘ ਮਜੀਠੀਆ ਨੂੰ ਇਹ ਲੈਟਰ ਲਵ ਲੈਟਰ ਲੱਗਦਾ ਪਿਆ ਹੈ, ਤਾਂ ਫਿਰ ਅਮਰਪਾਲ ਸਿੰਘ ਅਜਨਾਲਾ ਯਾਨੀ ਕਿ ਬੌਨੀ ਅਜਨਾਲਾ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ, ਉਹਨਾਂ ਦੀ ਪਾਰਟੀ ਦੇ ਹੀ ਲੀਡਰ ਦਾ ਉਹ ਪੱਤਰ ਜੋ ਕਿ ਮਾਰਚ 2016 ਯਾਨੀ ਕਿ ਅਕਾਲੀ ਦਲ ਦੀ ਸਰਕਾਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1 ਸਾਲ ਬਚਦਾ ਸੀ ਉਸ ਸਰਕਾਰ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ, ਅਮਰਪਾਲ ਸਿੰਘ ਅਜਨਾਲੇ, ਬੌਨੀ ਅਜਨਾਲੇ ਨੇ ਜਿਹੜਾ ਪੱਤਰ ਲਿਖਿਆ ਸੀ ਮੁੱਖ ਮੰਤਰੀ, ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਤਾਂ ਫਿਰ ਲਵ ਲੈਟਰ ਤੋਂ ਕਿਤੇ ਜ਼ਿਆਦਾ ਮੈਗਾ ਲਵ ਲੈਟਰ ਕਿਹਾ ਜਾ ਸਕਦਾ ਹੈ, ਜਿਸ ਦਾ ਜ਼ਿਕਰ ਮੈਂ ਆਪਣੀ ਇਸ ਰਿਪੋਰਟ ਜੋ ਕਿ ਮੈਂ 2022 ਦੇ ਵਿੱਚ ਬਣਾਈ ਸੀ ਤੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਕੁਝ ਨਵਾਂ ਜਿਵੇਂ ਮੈਂ ਜ਼ਿਕਰ ਕੀਤਾ ਨਹੀਂ ਕਹਾਂਗਾ। ਮੈਂ ਉਸੇ ਰਿਪੋਰਟ ਦਾ 15-16 ਮਿੰਟ ਦਾ ਟੁਕੜਾ ਇਸ ਮੇਰੀ ਕਮੈਂਟਰੀ ਤੋਂ ਬਾਅਦ ਐਡ ਕਰਾਂਗਾ, ਜਿਸ ਤੋਂ ਬਾਅਦ ਕਿ ਤੁਹਾਨੂੰ ਸਮਝ ਵਿੱਚ ਆਏਗਾ ਕਿ ਦਰਅਸਲ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਦਾ ਜਿਹੜਾ ਮੁਕੱਦਮਾ 20 ਦਸੰਬਰ ਨੂੰ ਦਰਜ ਕੀਤਾ ਗਿਆ, ਉਸ ਦੇ ਵਿੱਚ ਜਿਹੜੀ ਪੁੱਛਗਿੱਛ ਅੱਜ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ, ਜੋ ਕਿ ਕਿਸੇ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਨਿਰੰਜਨ ਸਿੰਘ ਨੇ ਕਰਨ ਦੀ ਕੋਸ਼ਿਸ਼ ਕੀਤੀ। ਸਿਰਫ ਉਹਨਾਂ ਨੂੰ 1 ਦਿਨ ਮਿਲਿਆ। ਵਿਕਰਮ ਸਿੰਘ ਮਜੀਠੀਆ ਤੋਂ ਤਕਰੀਬਨ 5-6 ਘੰਟੇ ਪੁੱਛਗਿੱਛ ਹੋਈ। ਉਸ ਤੋਂ ਬਾਅਦ ਦਬਾਅ ਐਡਾ ਵੱਧ ਗਿਆ ਕਿ ਨਿਰੰਜਨ ਸਿੰਘ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ, ਉਹ ਜਿਹੜੀ ਪੜਤਾਲੀਆ ਟੀਮ ਸੀ, ਉਸ ਦੇ ਅਧਿਕਾਰੀ ਨੂੰ ਇੱਧਰ ਉੱਧਰ ਕਰਤਾ ਗਿਆ। ਆਪਾਂ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਦਾ ਪ੍ਰਭਾਵ ਬਣਿਆ। ਸੋ ਵਿਕਰਮ ਸਿੰਘ ਮਜੀਠੀਆ ਤੋਂ ਇਸ ਮੁਕੱਦਮਾ ਜੋ ਕਿ 20 ਦਸੰਬਰ ਨੂੰ ਦਰਜ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਦਾ ਜਿਹੜਾ ਬਹੁ ਕਰੋੜੀ ਡਰੱਗ ਘੁਟਾਲਾ ਸੀ, ਉਸ ਦੇ ਵਿੱਚ ਪੁੱਛਗਿੱਛ ਤਾਂ ਕਈ ਸਾਲ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ। ਜੇ ਭਗਵੰਤ ਮਾਨ ਨੇ ਆਪਣੀ ਬੇਟੀ ਦੇ ਖੁਲਾਸੇ ਜੋ ਕਿ ਉਹਨਾਂ ਦੇ ਖਿਲਾਫ ਕੀਤੇ ਗਏ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਸਆਈਟੀ ਦੀ ਜਾਂਚ ਨੂੰ ਤੇਜ਼ ਕਰਨ ਦੀ ਗੱਲ ਕੀਤੀ ਹੈ। ਮੰਦਭਾਗੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਬਣਨ ਤੇ ਕਮਾਨ ਸਾਂਭਣ ਦੇ ਯਾਨੀ ਕਿ ਸਰਕਾਰ ਦੇ ਵਿੱਚ ਕਾਬਜ਼ ਹੋਣ ਦੇ 1.5 ਸਾਲ ਬਾਅਦ ਇਹ ਲੋੜ ਮਹਿਸੂਸ ਕੀਤੀ ਗਈ ਹੈ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਜੋ ਕਿ ਮੈਨੂੰ ਲੱਗਦਾ ਹੈ ਕੁੰਭਕਰਨੀ ਨੀਂਦ ਸੁੱਤੀ ਪਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਏ। ਉਸ 1 ਘੰਟੇ ਦੀ ਜਿਹੜੀ ਕਿ ਅਦਾਲਤ ਦੇ ਕੰਪਾਊਂਡ ਦੇ ਵਿੱਚ ਪੁੱਛਗਿੱਛ ਕੀਤੀ ਗਈ, ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਕਦੇ ਵੀ ਉਹਨਾਂ ਦੀ ਭੂਮਿਕਾ ਬਾਰੇ ਸਵਾਲ ਹੀ ਨਹੀਂ ਪੁੱਛੇ ਗਏ। ਹੁਣ ਮਾਮਲੇ ਤਾਂ ਕਈ ਹੈਗੇ ਨੇ। ਬਹੁ ਕਰੋੜੀ ਡਰੱਗ ਘੁਟਾਲਾ, ਉਹੀ ਘੁਟਾਲਾ ਜੋ ਕਿ ਜਗਦੀਸ਼ ਭੋਲੇ ਤੋਂ ਉੱਭਰਦਾ ਹੈ। ਸੱਤਾ ਪਿੰਡੀ ਲਾਡੀ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਡਰੱਗ ਸਮਗਲਰ ਹੈਗੇ ਨੇ, ਜੋ ਕਿ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿੱਚ ਬੈਠੇ ਨੇ। ਪੰਜਾਬ ਤੋਂ, ਹਿਮਾਚਲ ਦੀਆਂ ਫੈਕਟਰੀਆਂ ਤੋਂ ਐਫੀਡਰੀਨ, ਸੂਡੋਐਫੀਡਰੀਨ, ਮੈਥੈਮਫੈਟਾਮੀਨ ਦੀ ਕੰਸਾਈਨਮੈਂਟਸ ਕਿਵੇਂ ਵਿਦੇਸ਼ਾਂ ਵਿੱਚ ਪਹੁੰਚਾਈ ਜਾਂਦੀ ਸੀ, ਪੁੱਛਗਿੱਛ ਤਾਂ ਉਸ ਕੇਸ ਦੇ ਵਿੱਚ ਵੀ ਬਣਦੀ ਹੈ। ਲਿੰਕੇਜਸ ਤਾਂ ਉੱਥੇ ਵੀ ਐਸਟੈਬਲਿਸ਼ ਹੁੰਦੇ ਨੇ, ਜੋ ਕਿ ਈਡੀ ਦੇ ਨਿਰੰਜਨ ਸਿੰਘ ਨੇ ਕਾਫੀ ਹੱਦ ਤੱਕ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜੇ ਆਪਾਂ 20 ਦਸੰਬਰ ਦੇ ਉਸ ਦਰਜ ਮੁਕੱਦਮੇ ਦੀ ਪੁੱਛਗਿੱਛ ਦੀ ਗੱਲ ਕਰ ਲਈਏ ਤਾਂ ਪੂਰਾ ਦਾ ਪੂਰਾ ਮਾਮਲਾ ਜੁੜਦਾ ਹੈ ਕੁਝ ਅਜਿਹੀਆਂ ਟ੍ਰਾਂਜੈਕਸ਼ਨਸ ਦੇ ਨਾਲ ਜੋ ਕਿ ਹੋਈਆਂ। ਬਿੱਟੂ ਔਲਖ ਜੋ ਕਿ ਇੱਕ ਲੀਡਰ ਸੀ, ਹੋਟਲੀਅਰ ਸੀ ਅੰਮ੍ਰਿਤਸਰ ਦਾ, ਉਸ ਵੱਲੋਂ ਗਨੀਵ ਗਰੇਵਾਲ ਯਾਨੀ ਕਿ ਗਨੀਵ ਕੌਰ ਮਜੀਠੀਆ, ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀਆਂ ਟ੍ਰਾਂਜੈਕਸ਼ਨਸ ਹੋਈਆਂ, ਯਾਨੀ ਕਿ ਇੱਕ ਪਲਾਟ 32 ਕਨਾਲਾਂ ਦਾ ਇੱਕ ਪਲਾਟ ਜਿਸ ਦੀ ਖਰੀਦੋ ਫਰੋਖਤ ਦੋਹਾਂ ਦੇ ਵਿੱਚ ਹੋਈ, ਜੋ ਕਿ ਔਨ ਰਿਕਾਰਡ ਸੀ ਤੇ ਜਿਸ ਦਾ ਰੈਵਨਿਊ ਰਿਕਾਰਡ ਬਾਅਦ ਦੇ ਵਿੱਚ ਮਜੀਠੇ ਦੇ ਸਬ ਰਜਿਸਟਰਾਰ ਆਫਿਸ ਜਾਂ ਤਹਿਸੀਲ ਚੋਂ ਗਾਇਬ ਕਰਤਾ ਗਿਆ, ਖੁਰਦ-ਬੁਰਦ ਕਰਤਾ ਗਿਆ। ਜਨਵਰੀ 2022 ਦੇ ਵਿੱਚ ਇੱਕ FIR ਦਰਜ ਕੀਤੀ ਗਈ। ਇਹ ਉਹ ਮਾਮਲੇ ਤੇ ਉਹ ਕੁੰਡੀਆਂ ਨੇ ਜਿਸ ਵਿੱਚ ਪੁੱਛਗਿੱਛ ਹੋਣੀ ਜ਼ਰੂਰੀ ਸੀ, ਲੇਕਿਨ 1.5 ਸਾਲ ਤੱਕ ਭਗਵੰਤ ਮਾਨ ਦੀ ਸਰਕਾਰ ਜਾਂ ਉਸ ਦੇ ਪੁਲਿਸ ਅਧਿਕਾਰੀ ਇਸ ਚੀਜ਼ ਦੀ ਜ਼ਰੂਰਤ ਨੂੰ ਮਹਿਸੂਸ ਨਹੀਂ ਕਰਦੇ। ਮਜੀਠੀਆ ਖਿਲਾਫ ਦਸੰਬਰ 2021 ਜਾਂ ਫਿਰ ਉਸ ਤੋਂ ਪਹਿਲਾਂ ਦੇ ਬਹੁ ਕਰੋੜੀ ਡਰੱਗ ਘੁਟਾਲੇ ਦੇ ਮਾਮਲਿਆਂ ਦੀ ਪੜਤਾਲਾਂ ਕਰ ਰਹੀਆਂ ਟੀਮਾਂ ਉੱਤੇ ਇੱਕ ਸਿਆਸੀ ਦਬਾਅ ਲਗਾਤਾਰ ਰਿਹਾ। ਮਜੀਠੀਆ ਦਾ ਨਾਂ ਇਸ ਕੇਸ ਦੇ ਨਾਲ ਜੁੜਨ ਦੇ ਕਾਰਨ ਇਹ ਦਬਾਅ ਲਗਾਤਾਰ ਵਧਿਆ
ਅਕਾਲੀ ਦਲ ਦੇ ਸਮੇਂ ਜਦੋਂ ਕਿ ਇਸ ਮਾਮਲੇ ਦੇ ਉੱਤੇ ਪਰਤਾਂ ਉੱਠੀਆਂ, ਹਰਦਿਆਲ ਸਿੰਘ ਮਾਨ ਜੋ ਕਿ ਉਸ ਵਕਤ ਐਸਐਸਪੀ ਹੋਇਆ ਕਰਦੇ ਸਨ, ਉਹਨਾਂ ਨੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਸੀ। ਲੇਕਿਨ ਜਿਵੇਂ ਹੀ ਮਜੀਠੀਆ ਦਾ ਨਾਂ ਇਸ ਪੂਰੇ ਦੇ ਪੂਰੇ ਮਾਮਲੇ ਵਿੱਚ ਆਇਆ, ਇਸ ਮਾਮਲੇ ਦੀ ਪੜਤਾਲ ਦੇ ਉੱਤੇ, ਉਸ ਦੀ ਰਫ਼ਤਾਰ ਦੇ ਉੱਤੇ ਕਹਿ ਸਕਦੇ ਇੱਕ ਤਰੀਕੇ ਦੀਆਂ ਬ੍ਰੇਕਾਂ ਲੱਗ ਗਈਆਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਏ, ਉਹਨਾਂ ਦੇ ਸਮਿਆਂ ਦੇ ਉੱਤੇ ਸਿੱਟਾਂ ਬਣੀਆਂ, ਐਸਟੀਐਫ ਨੇ ਵੀ ਜਾਂਚ ਕੀਤੀ, ਲੇਕਿਨ ਕੱਢਿਆ ਉਹਨਾਂ ਵੱਲੋਂ ਵੀ ਕੁਝ ਨਹੀਂ ਗਿਆ। ਅਗਲੀ ਜਦੋਂ ਸਰਕਾਰ ਬਣਦੀ ਹੈ ਤੇ ਇੱਕ ਵਿੱਚ ਦਾ ਸਮਾਂ ਜਦੋਂ ਕਿ ਚਰਨਜੀਤ ਚੰਨੀ ਮਹਿਜ਼ 3 ਮਹੀਨਿਆਂ ਲਈ ਮੁੱਖ ਮੰਤਰੀ ਬਣਦੇ ਨੇ, ਉਹ ਸਮਾਂ ਸੀ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ FIR ਦਰਜ ਕਰਕੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅਦਾਲਤਾਂ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਜਾਂਦੀ ਰਹੀ। ਉਸ ਤੋਂ ਬਾਅਦ ਉਸੇ ਸਿੱਟ ਵੱਲੋਂ ਵੀ ਕੋਈ ਚੰਗਾ ਰੋਲ ਨਹੀਂ ਅਦਾ ਕੀਤਾ। ਅੱਜ ਵੀ ਉਹੀ ਸਿੱਟ ਹੈ, ਅਫਸਰ ਬਦਲਤੇ ਗਏ ਨੇ। ਹੁਣ 1.5 ਸਾਲ ਬਾਅਦ ਜੇ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਸਮਨ ਭੇਜਿਆ ਜਾਂਦਾ ਜਿਸ ਨੂੰ ਲਵ ਲੈਟਰ ਕਹਿੰਦੇ ਨੇ, ਤਾਂ ਆਪਾਂ ਨੂੰ ਸਮਝਣ ਦੀ ਇਹ ਲੋੜ ਹੈ ਕਿ ਅਸਲ ਲਵ ਲੈਟਰ ਉਹ ਨਹੀਂ ਹੈ ਜੋ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਜ਼ਰ ਆ ਰਿਹਾ ਹੈ। ਅਸਲ ਲਵ ਲੈਟਰ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਉਹ ਲਵ ਲੈਟਰ ਹੈ ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਚ 2016 ਦੇ ਵਿੱਚ ਭੇਜਿਆ ਗਿਆ ਸੀ, ਜਿਸ ਵਿੱਚ ਵੇਰਵੇ ਦਿੱਤੇ ਗਏ ਸੀ ਉਹਨਾਂ ਸ਼ੇਡੀ ਟ੍ਰਾਂਜੈਕਸ਼ਨਸ ਦੇ ਜਿਸ ਵਿੱਚ ਮਜੀਠੀਆ ਇਨਵੋਲਵ ਹੋ ਸਕਦੇ ਨੇ। ਸੋ ਇਹ ਸਿੱਟ ਕੀ ਉਹਨਾਂ ਮਾਮਲਿਆਂ ਦੇ ਵਿੱਚ ਪੁੱਛਗਿੱਛ ਬਿਕਰਮ ਸਿੰਘ ਮਜੀਠੀਆ ਤੋਂ ਕਰੇਗੀ? $1 ਮਿਲੀਅਨ ਕੁਐਸਚਨ ਹੈ, ਕਿਉਂਕਿ ਹੋਰ ਕੋਈ ਸਵਾਲ ਨਹੀਂ ਬਣਦੇ। ਡਾਕੂਮੈਂਟਸ ਦੇ ਉੱਤੇ, ਰਿਕਾਰਡ ਦੇ ਉੱਤੇ ਹੀ ਬਹੁਤ ਸੀ ਚੀਜ਼ਾਂ ਐਸੀਆਂ ਸਾਬਤ ਤੇ ਸਥਾਪਿਤ ਹੋ ਸਕਦੀਆਂ ਨੇ ਜੇ ਜਾਂਚਕਰਤਾਵਾਂ ਦੀ ਨੀਅਤ ਸਾਫ਼ ਹੋਵੇ। ਸੋ ਅੱਜ ਮੈਂ ਜ਼ਿਆਦਾ ਗੱਲ ਇਸ ਰਿਪੋਰਟ ਦੇ ਵਿੱਚ ਖੁਦ ਨਾ ਕਰਦੇ ਹੋਏ ਤੁਹਾਨੂੰ ਆਪਣੀ 2022 ਦੇ ਵਿੱਚ ਕੀਤੀ ਗਿਆ, ਤਕਰੀਬਨ 1.5 ਸਾਲ ਪਹਿਲਾਂ ਕੀਤੀ ਗਈ ਉਸ ਰਿਪੋਰਟ ਦਾ ਇੱਕ ਟੁਕੜਾ ਸੁਣਾਉਣਾ ਹੈ, ਜਿਸ ਦੇ ਨਾਲ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਇਲਜ਼ਾਮ ਹੈਗੇ ਨੇ ਉਹਨਾਂ ਦੀ ਕੁੰਡੀ ਫਸੀ ਕੀ ਹੋਈ ਹੈ। ਬੋਨੀ ਅਜਨਾਲਾ ਨੇ ਜਿਹੜੇ ਇਲਜ਼ਾਮ ਲਾਏ, ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਚਿੱਠੀ ਲਿਖ ਕੇ ਆਪਣੇ ਹਲਫਨਾਮੇ ਦੀ ਸ਼ਕਲ ਦੇ ਵਿੱਚ ਵੀ ਬੜੀਆਂ ਗੰਭੀਰ ਗੱਲਾਂ ਬਾਤਾਂ, ਉਹੀ ਚਿੱਠੀ ਜੋ ਕਿ 2016 ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ, ਤੇ ਉਸ ਤੋਂ ਬਾਅਦ ਜਿਹੜੇ ਰੈਵਨਿਊ ਰਿਕਾਰਡ ਨੂੰ ਖੁਰਦ-ਬੁਰਦ ਕੀਤਾ ਗਿਆ। ਗਨੀਵ ਕੌਰ ਗਰੇਵਾਲ ਵੱਲੋਂ ਜਿਹੜੇ ਪਲਾਟ ਨੂੰ ਖਰੀਦਿਆ ਗਿਆ, ਉਹ ਕਿਸ ਕੀਮਤ ਉੱਤੇ ਖਰੀਦਿਆ ਗਿਆ, ਕਿਸ ਐਵਜ਼ ਦੇ ਵਿੱਚ ਖਰੀਦਿਆ ਗਿਆ, ਇਹ ਕੁਝ ਅਜਿਹੇ ਐਸਪੈਕਟਸ ਨੇ ਜੋ ਕਿ ਪੜਚੋਲ ਮੰਗਦੇ ਨੇ, ਇਨਵੈਸਟੀਗੇਸ਼ਨ ਮੰਗਦੇ ਨੇ। ਤੇ ਜੇ ਇਹਨਾਂ ਦੇ ਜਵਾਬ ਬਿਕਰਮ ਸਿੰਘ ਮਜੀਠੀਆ ਤਸੱਲੀ ਬਖਸ਼ ਤਰੀਕੇ ਦੇ ਨਾਲ ਦੇ ਪਾਣ ਤਾਂ ਫਿਰ ਕੁਝ ਗੱਲ ਬਣੇ। ਸਿਆਸੀ ਰੌਲੇ ਰੱਪੇ ਤੇ ਸ਼ੋਰਗੁਲ ਦੇ ਵਿੱਚ ਅਕਸਰ ਦਬ ਕੇ ਰਹਿਣ ਜਾਣ ਵਾਲੀਆਂ ਉਹਨਾਂ ਬਾਰੀਕੀਆਂ ਉੱਤੇ ਆਧਾਰਿਤ ਮੇਰੀ ਇਸ ਰਿਪੋਰਟ ਦਾ ਇਹ 15-16 ਮਿੰਟ ਦਾ ਤੁਸੀਂ ਹਿੱਸਾ ਸੁਣ ਸਕਦੇ ਹੋ, ਜਿਸ ਵਿੱਚ ਤੁਹਾਨੂੰ ਸਾਫ਼ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਪਲਾਟ ਸੀ ਜਿਸ ਦੀ ਖਰੀਦ ਫਰੋਖਤ ਹੋਈ, ਹੁਣ ਉਹ ਕਿਸ ਕੀਮਤ ਦੇ ਉੱਤੇ, ਕਿਸ ਭਾਅ ਦੇ ਉੱਤੇ ਖਰੀਦਿਆ ਜਾਣਾ ਸੀ, ਕਿ ਉਸ ਦੀ ਕੋਈ ਕੀਮਤ ਦੀ ਅਦਾਇਗੀ ਹੋਈ, ਉਸ ਦਾ ਰੈਵਨਿਊ ਰਿਕਾਰਡ ਕਿਉਂ ਖੁਰਦ-ਬੁਰਦ ਕੀਤਾ ਗਿਆ। ਇਸ ਉੱਤੇ FIR 2022 ਦੇ ਵਿੱਚ ਰਜਿਸਟਰ ਹੁੰਦੀ ਹੈ, ਲੇਕਿਨ ਰੈਵਨਿਊ ਰਿਕਾਰਡ ਦੇ ਵਿੱਚ ਗਨੀਵ ਕੌਰ ਦਾ ਨਾਂ ਗਨੀਵ ਕੌਰ ਮਜੀਠੀਆ ਨਾ ਹੋ ਕੇ ਗਨੀਵ ਕੌਰ ਗਰੇਵਾਲ ਕਿਉਂ ਸੀ। ਇਹ ਸਾਰੇ ਕੁਝ ਨੁਕਤੇ ਸੀ ਜੋ ਕਿ ਮੈਂ ਆਪਣੀ ਇਸ ਰਿਪੋਰਟ ਦੇ ਵਿੱਚ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਇੱਥੇ ਇਹ ਵੀ ਦੱਸਦਾ ਕਿ ਇਸ ਰਿਪੋਰਟ ਜਾਂ ਇਸ ਜਿਹੜੀ ਵੀ ਇਨਵੈਸਟੀਗੇਸ਼ਨ ਮੈਂ ਆਪਣੇ ਲੈਵਲ ਤੇ ਕੀਤੀ, ਜੋ ਕਿ ਸਰਕਾਰ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਜਾਂ ਜੋ ਵੀ ਗੱਲਾਂ ਬਾਤਾਂ ਰਿਕਾਰਡ ਆਈਆਂ ਨੇ ਉਹਨਾਂ ਉੱਤੇ ਆਧਾਰਿਤ ਹੈ। ਉਸ ਦਾ ਮਤਲਬ ਇਹ ਨਹੀਂ ਕਿ ਬਿਕਰਮ ਸਿੰਘ ਮਜੀਠੀਆ ਦੋਸ਼ੀ ਹੀ ਹੈਗੇ ਨੇ, ਲੇਕਿਨ ਇਹ ਕੁਝ ਅਜਿਹੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਬਿਕਰਮ ਸਿੰਘ ਮਜੀਠੀਆ ਨੂੰ ਦੇਣੇ ਬਣਦੇ ਨੇ। ਲੇਕਿਨ ਨਾ ਤਾਂ ਸੈਂਕੜਾ ਕਾਨਫਰੰਸਾਂ ਜੋ ਕਿ ਉਹਨਾਂ ਨੇ ਕੀਤੀਆਂ ਨੇ ਪੱਤਰਕਾਰ ਬਿੱਲੀਆਂ ਦੇ ਵਿੱਚ ਕਦੇ ਕਿਸੇ ਨੇ ਉਹਨਾਂ ਨੂੰ ਸਵਾਲ ਪੁੱਛੇ, ਨਾ ਹੀ ਉਹਨਾਂ ਨੇ ਕਦੀ ਜਵਾਬ ਦਿੱਤਾ। ਤੇ ਹੈਰਾਨੀ ਦੀ ਗੱਲ ਤਾਂ ਇਹ ਸੀ 20 ਦਸੰਬਰ 2021 ਨੂੰ ਇੱਕ FIR ਦਰਜ ਹੋਣ ਤੋਂ ਬਾਅਦ ਵੀ ਕਿਸੇ ਵੀ ਜਾਂਚ ਏਜੰਸੀ ਜਾਂ ਜਾਂਚ ਅਧਿਕਾਰੀ ਨੇ ਬਿਕਰਮ ਸਿੰਘ ਮਜੀਠੀਆ ਤੋਂ ਉਹ ਸਵਾਲ ਨਹੀਂ ਪੁੱਛਦੇ ਜੋ ਕਿ ਕਿਸੇ ਟਾਈਮ ED ਨੇ ਪੁੱਛੇ ਵੀ ਤੇ ਉਹਨਾਂ ਵੱਲੋਂ ਪੁੱਛੇ ਜਾਣੇ ਸੀ, ਜੇ ED ਦੇ ਅਧਿਕਾਰੀਆਂ ਨੂੰ ਫ੍ਰੀ ਹੈਂਡ ਦਿੱਤਾ ਜਾਂਦਾ ਤੇ ਆਪਣਾ ਕੰਮ ਤੇ ਆਪਣੀ ਪੜਤਾਲ ਪੂਰਾ ਕਰਨ ਦਾ ਮੌਕਾ ਦਿੱਤਾ ਜਾਂਦਾ, ਜੋ ਕਿ ਨਿਰੰਜਨ ਸਿੰਘ ਨੂੰ ਨਹੀਂ ਮਿਲਿਆ। ਸੋ ਇਹ 15-16 ਮਿੰਟ ਦਾ ਟੁਕੜਾ ਸੁਣੋ ਤੇ ਮੈਨੂੰ ਲੱਗਦਾ ਕਿ ਇਸ ਪੀਸ ਨੂੰ ਸੁਣਨ ਤੋਂ ਬਾਅਦ, ਇਸ ਮੇਰੇ 2022 ਦੀ ਰਿਪੋਰਟ ਨੂੰ ਸੁਣਨ ਤੋਂ ਬਾਅਦ ਕਾਫੀ ਹੱਦ ਤੱਕ ਗੱਲਬਾਤ ਕਲੀਅਰ ਹੋ ਚੁੱਕੀ ਹੋਏਗੀ। ਤੁਸੀਂ ਸਮਝ ਜਾਓਗੇ ਕਿ ਅਸਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚਾਰजेस ਕੀ ਨੇ ਤੇ ਕਿਹੜੇ ਅਜਿਹੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਹਨਾਂ ਨੂੰ ਦੇਣੇ ਚਾਹੀਦੇ ਨੇ। ਇਸ SIT ਦੇ ਅਧਿਕਾਰੀ ਜਿਨ੍ਹਾਂ ਨੇ ਹੁਣ ਸਮਨ ਜਾਰੀ ਕੀਤੇ ਨੇ ਮਜੀਠੀਆ ਨੂੰ, ਉਹਨਾਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਚੀਜ਼ਾਂ ਬਾਰੇ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨੀ ਬਣਦੀ ਹੈ। ਸਤਪ੍ਰੀਤ ਸੱਤਾ, ਅਮਰਿੰਦਰ ਲਾਡੀ ਅਤੇ ਪਿੰਡੀ ਦਿਓਲ, ਇਹ ਜਿਹੜੇ 3 ਤਸਕਰ ਜੋ ਕਿ ਨਾਮਜ਼ਦ ਹੈਗੇ ਨੇ ਪੰਜਾਬ ਪੁਲਿਸ ਵੱਲੋਂ ਇਹਨਾਂ ਕੇਸਾਂ ਦੇ ਵਿੱਚ, ਤੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਕੈਨੇਡਾ ਸਰਕਾਰ ਤੋਂ ਇਹਨਾਂ ਨੂੰ ਭਾਰਤ ਨੂੰ ਸੌਂਪਣ ਦੀ ਜਿਹੜੀ ਮੰਗ ਹੈ ਉਹ ਵੀ ਕੀਤੀ ਗਈ ਹੈ। ਇਹ ਤਿੰਨੋਂ ਤਸਕਰਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਨੇੜਤਾ ਸੀ ਉਸ ਨੂੰ ਅਮਰਪਾਲ ਬੋਨੀ 2016 ਦੀ ਆਪਣੀ ਇਸ ਚਿੱਠੀ ਦੇ ਵਿੱਚ ਸਪਸ਼ਟ ਕਰ ਦਿੰਦਾ, ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਦਿਆਂ ਹੋਇਆ ਕਿ ਇਹ ਸਾਰੇ ਦੇ ਸਾਰੇ ਲੋਕ ਇਨਵੋਲਵ ਸਨ। ਦਰਜਨਾਂ ਵਾਰ ਅਮਰਪਾਲ ਬੋਨੀ ਨੇ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਦੀਆਂ ਰਿਹਾਇਸ਼ਾਂ ਦੇ ਉੱਤੇ ਇਹ ਸਾਰੇ ਸੱਤੇ ਵਰਗੇ ਲੋਕਾਂ ਨੂੰ ਦੇਖਿਆ ਸੀ। ਇੰਟਰੋਡਕਸ਼ਨ ਜਿਹੜੀ ਸੱਤੇ ਦੀ ਤੇ ਜਿਹੜਾ ਪਿੰਡੀ ਸੀ, ਪਿੰਡੀ ਦਿਓਲ ਜਿਹੜਾ ਸੀ, ਉਸ ਦੀ ਇੰਟਰੋਡਕਸ਼ਨ ਤੱਕ ਬਿਕਰਮ ਸਿੰਘ ਮਜੀਠੀਆ ਨੇ ਬਿੱਟੂ ਔਲਖ ਦੇ ਨਾਲ ਕਰਾਈ ਸੀ। ਇਸੇ ਚਿੱਠੀ ਦੇ ਵਿੱਚ ਬਿੱਟੂ ਔਲਖ ਦਾ ਇੱਕ ਜਿਹੜਾ ਸਭ ਤੋਂ ਵੱਡਾ ਖੁਲਾਸਾ ਹੈ, ਜੋ ਕਿ ਇਸ ਵਕਤ ਜਿਹੜੀ ਜਾਂਚ SIT ਕਰ ਰਹੀ ਹੈ ਉਸ ਦਾ ਇੱਕ ਬਹੁਤ ਵੱਡਾ ਆਧਾਰ ਤੇ ਇੱਕ ਸਬੂਤ ਬਣ ਰਿਹਾ ਹੈ, ਉਹ ਇਹ ਹੈ ਕਿ ਬਿੱਟੂ ਔਲਖ ਨੂੰ ਵੀ ਇਸ
ਵਪਾਰ ਦੇ ਵਿੱਚ ਰੋਪਿਨ ਕੀਤਾ ਗਿਆ। ਬਿੱਟੂ ਔਲਖ ਦਾ ਇਹ ਦਾਵਾ ਸੀ, ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਇਸ ਚੀਜ਼ ਦੀ ਤਸਦੀਕ ਵੀ ਹੋਈ ਕਿ ਜਦੋਂ ਅਦਾਲਤ ਨੇ ਬਿੱਟੂ ਔਲਖ ਨੂੰ ਛੱਡ ਦਿੱਤਾ, ਔਲਖ ਨੂੰ ਇਹ ਲੱਗਦਾ ਰਿਹਾ ਕਿ ਜਿਹੜੇ ਕੈਮੀਕਲਸ ਯਾਨੀ ਕਿ ਸਿਊਡੋ ਐਫੀਡ੍ਰਿਨ ਜੋ ਕਿ ਬੱਦੀ ਦੀ ਫੈਕਟਰੀਆਂ ਜਾਂ ਜਗਜੀਤ ਚਹਿਲ ਜੋ ਕਿ ਉਹਨਾਂ ਫੈਕਟਰੀਆਂ ਦਾ ਮਾਲਕ ਸੀ, ਉਸ ਤੋਂ ਉਸਦੀ ਸਪਲਾਈ ਸੱਤੇ ਵਰਗੇ ਲੋਕਾਂ ਨੂੰ ਬਿੱਟੂ ਔਲਖ ਨੇ ਹੀ ਕਈ ਵਾਰ ਕਰਵਾਈ। ਉਸ ਨੂੰ ਇਹ ਲੱਗ ਰਿਹਾ ਸੀ ਕਿ ਇਹ ਜਿਹੜਾ ਕੈਮੀਕਲ ਹੈ ਇਹ ਦਵਾਈਆਂ ਦੇ ਲਈ ਕੰਮ ਆਣਾ ਹੈ। ਕੈਨੇਡਾ ਅਮਰੀਕਾ ਦੇ ਵਿੱਚ ਦਵਾਈਆਂ ਦਾ ਫਾਰਮਾਸਿਊਟੀਕਲਸ ਦਾ ਕੋਈ ਬਿਜ਼ਨਸ ਹੈ ਜਿਸ ਦੇ ਵਿੱਚ ਕਿ ਇਸ ਕੈਮੀਕਲ ਦੀ ਵਰਤੋਂ ਹੋਣੀ ਹੈ। ਬਿੱਟੂ ਔਲਖ ਦਾ ਦਾਵਾ ਇਹ ਹੈ ਕਿ ਉਸ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਕਿ ਇਹ ਇੱਕ ਡਰੱਗ ਅਬਿਊਜ਼ ਜਾਂ ਚਿੱਟਾ ਜਾਂ ਮੈਥਐਮਫੈਟਾਮਿਨ ਜਾਂ ਪ੍ਰਾਈਸ ਜਿਹੜੀ ਕ੍ਰਿਸਟਲ ਡਰੱਗ ਹੈਗੀ ਹੈ, ਆਈਸ ਡਰੱਗ ਹੈਗੀ ਹੈ, ਉਸ ਦੀ ਬਣਤਰ ਲਈ, ਉਸ ਦੀ ਪ੍ਰੋਡਕਸ਼ਨ ਜਾਂ ਮੈਨੂਫੈਕਚਰਿੰਗ ਲਈ ਇੱਕ ਡਰੱਗ ਅਬਿਊਜ਼ ਦੇ ਪਰਪਸ ਦੇ ਨਾਲ ਇਸ ਕੈਮੀਕਲ ਨੂੰ ਵਰਤਿਆ ਜਾਣਾ ਸੀ। ਸੋ ਸ਼ੁਰੂਆਤੀ ਪੜਾਅ ਦੇ ਵਿੱਚ ਬਿੱਟੂ ਔਲਖ ਨੇ ਵੀ ਇੱਕ ਅਜਿਹੀ ਕੰਸਾਈਨਮੈਂਟ ਸੀ ਜੋ ਕਿ ਬੱਦੀ ਦੀ ਇਸ ਫੈਕਟਰੀ ਜਗਜੀਤ ਚਹਿਲ ਦੇ ਥਰੂ ਸਤਪ੍ਰੀਤ ਸੱਤਾ ਹੋਰਾਂ ਨੂੰ ਦਵਾਈ। ਔਲਖ ਦੀ ਜਿਹੜੀ ਭੂਮਿਕਾ ਸੀ ਉਹ ਇੱਕ ਲਾਈਜ਼ਨਿੰਗ ਦੀ ਸੀ, ਦੋਵੇਂ ਪਾਰਟੀਆਂ ਨੂੰ ਆਪਸ ਦੇ ਵਿੱਚ ਮਿਲਵਾਉਣ ਤੇ ਉਹਨਾਂ ਦੀ ਜਿਹੜੀ ਆਪਸੀ ਡੀਲ ਦੇ ਵਿੱਚੋਂ ਪੈਸਾ ਕਮਾਉਣ ਦੀ ਸੀ, ਜਿਸ ਦੇ ਲਈ ਉਸ ਨੂੰ ਐਡਵਾਂਸ ਦੇ ਵਿੱਚ ਕੁਝ ਕਰੋੜ ਰੁਪਏ ਦਿੱਤਾ ਗਿਆ। ਲੇਕਿਨ ਬਾਅਦ ਦੇ ਵਿੱਚ ਮੰਨਿਆ ਗਿਆ ਕਿ ਦਬਾਅ ਜਿਹੜਾ ਸੀ ਉਹ ਸੱਤੇ ਉੱਤੇ ਬਣਾਇਆ ਗਿਆ ਤੇ ਉਹ ਜਿਹੜੀ ਕੰਸਾਈਨਮੈਂਟ ਦੇ ਸੈਂਪਲਸ ਨੂੰ ਫੇਲ ਕਰਤਾ ਗਿਆ, ਯਾਨੀ ਕਿ ਇਹ ਦੱਸਿਆ ਗਿਆ ਕਿ ਜਿਹੜਾ ਕੈਮੀਕਲ ਹੈ ਇਸ ਦੀ ਕੁਆਲਿਟੀ ਠੀਕ ਨਹੀਂ ਹੈ। ਸੋ ਇਸ ਦਾ ਮਤਲਬ ਇਹ ਸੀ ਕਿ ਕੰਸਾਈਨਮੈਂਟ ਵਾਪਸ ਹੋਏਗੀ, ਇਹ ਪੂਰਾ ਦਾ ਪੂਰਾ ਜਿਹੜਾ ਆਰਡਰ ਹੈ ਉਹ ਕੈਂਸਲ ਕਰਤਾ ਜਾਏਗਾ ਤੇ ਉਹ ਜਿਹੜਾ ਕਰੋੜ ਰੁਪਏ ਦੇ ਆਸ-ਪਾਸ 1.25 ਕਰੋੜ ਤੋਂ ਸ਼ਾਇਦ ਵੱਧ ਅਮਾਉਂਟ ਸੀ ਜੋ ਕਿ ਐਡਵਾਂਸ ਦੇ ਤੌਰ ਤੇ ਬਿੱਟੂ ਔਲਖ ਨੂੰ ਦਿੱਤਾ ਗਿਆ ਸੀ, ਉਹ ਵਾਪਸ ਬਿੱਟੂ ਔਲਖ ਨੇ ਦੇਣਾ ਸੀ। ਹੁਣ ਇੱਥੇ ਕਾਫੀ ਧਿਆਨ ਦੇਣ ਯੋਗ ਐਸਪੈਕਟ ਹੈ ਕਿਉਂਕਿ ਔਲਖ ਦੇ ਮੁਤਾਬਕ ਉਸ ਵੱਲੋਂ ਜਿਹੜਾ ਕਰੋੜ ਰੁਪਏ ਤੋਂ ਵੱਧ ਦਾ ਐਡਵਾਂਸ ਲਿਆ ਗਿਆ ਸੀ ਉਸ ਸਪਲਾਈ ਜਾਂ ਉਸ ਡੀਲ ਦੇ ਬਦਲੇ ਜੋ ਕਿ ਫਾਈਨਲੀ ਕੈਂਸਲ ਹੋ ਗਈ ਜਦੋਂ ਉਸ ਦੀ ਵਾਪਸੀ ਦਾ ਮੌਕਾ ਹੋਇਆ, ਉਸ ਕੋਲ ਕਿਉਂਕਿ ਸ਼ਾਇਦ ਪੈਸਾ ਨਹੀਂ ਰਿਹਾ ਹੋਏਗਾ, ਇਸ ਵਾਸਤੇ ਉਸਨੇ ਆਪਣੇ ਇੱਕ ਜਾਂ ਕੁਝ ਪਲਾਟ ਜਿਹੜੇ ਸੀ ਉਹਨਾਂ ਨੂੰ ਬਿਕਰਮ ਸਿੰਘ ਮਜੀਠੀਆ ਬੇਸਿਕਲੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਨਾਂ ਉੱਤੇ ਟ੍ਰਾਂਸਫਰ ਕਰਾਇਆ। 32 ਕਨਾਲ 10 ਮਰਲੇ ਦਾ ਇੱਕ ਪਲਾਟ, ਇਸ ਤੋਂ ਇਲਾਵਾ 18 ਕਨਾਲ ਜਾਂ 12 ਕਨਾਲ ਇਸ ਤਰੀਕੇ ਦੇ ਨਾਲ ਵੀ ਕੁਝ ਛੋਟੇ-ਮੋਟੇ ਹੋਰ ਜਿਹੜੇ ਪਲਾਟ ਸਨ, ਇਹਨਾਂ ਨੂੰ ਜਿਹੜਾ ਟ੍ਰਾਂਸਫਰ ਕੀਤਾ ਗਿਆ। ਹੁਣ ਇੱਥੇ ਰੈਵਨਿਊ ਰਿਕਾਰਡ ਦੇ ਵਿੱਚ ਜਿਹੜੀ ਟ੍ਰਾਂਸਫਰ ਹੋਈ ਇਹ ਇੱਕ ਅਜਿਹਾ ਪਲਾਟ ਵੀ ਸੀ ਜੋ ਕਿ ਪਾਲ ਸਿੰਘ ਨਾਂ ਦੇ ਬੰਦੇ ਵੱਲੋਂ ਗਨੀਵ ਕੌਰ ਪੁੱਤਰੀ ਅਵਿਨਾਸ਼ ਸਿੰਘ ਦੇ ਨਾਂ ਦੇ ਉੱਤੇ ਟ੍ਰਾਂਸਫਰ ਹੋਇਆ। ਸਮਝਣ ਵਾਲੀ ਗੱਲ ਹੈ ਕਿ ਵਸੀਕਾ ਨੰਬਰ 1820 ਮਿਤੀ 5 ਮਾਰਚ 2012 ਇਹ ਉਹ ਵਸੀਕਾ ਨੰਬਰ ਹੈ ਜਿਸ ਤਹਿਤ ਕਿ ਇਸ ਕੰਟਰੋਵਰਸ਼ੀਅਲ ਪਲਾਟ ਨੂੰ ਗਨੀਵ ਕੌਰ ਮਜੀਠੀਆ ਦੇ ਨਾਂ ਦੇ ਉੱਤੇ ਟ੍ਰਾਂਸਫਰ ਕੀਤਾ ਗਿਆ। ਇਹ ਗੱਲਬਾਤ ਜਾਂ ਇਹ ਜਿਹੜਾ ਖੁਲਾਸਾ ਅਮਰਪਾਲ ਬੌਨੀ 2016 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਕਰਦਾ ਹੈ, ਦੱਸਦਾ ਹੈ। ਇਸ ਪਲਾਟ ਦੇ ਉੱਤੇ ਮੈਂ ਥੋੜਾ ਬਾਅਦ ਦੇ ਵਿੱਚ ਦੁਬਾਰਾ ਆਵਾਂਗਾ, ਲੇਕਿਨ ਉਸ ਚਿੱਠੀ ਨੂੰ ਪਹਿਲਾਂ ਮੈਂ ਕੰਕਲੂਡ ਕਰ ਲਾਂ ਜਿਸ ਵਿੱਚ ਕਿ ਅਖੀਰ ਦੇ ਪੈਰੇ ਦੇ ਵਿੱਚ ਅਮਰਪਾਲ ਬੌਨੀ ਕੀ ਲਿਖਦਾ ਹੈ। ਇਹ ਬਹੁਤ ਹੀ ਧਿਆਨ ਦੇਣ ਯੋਗ ਗੱਲਬਾਤ ਹੈ। ਮੈਂ ਉਸ ਪੂਰੇ ਦੇ ਪੂਰੇ ਪੈਰੇ ਨੂੰ ਉਸ ਚਿੱਠੀ ਦੇ ਵਿੱਚ ਤੁਹਾਡੇ ਨਜ਼ਰ ਕਰਦਾ, ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਣਾ। ਅਖੀਰ ਦੇ 2 ਪੈਰੇ ਤੁਹਾਡੀ ਨਜ਼ਰ ਕਰਨੇ ਜ਼ਰੂਰੀ ਨੇ ਜਿਸ ਵਿੱਚ ਕਿ ਅਮਰਪਾਲ ਸਿੰਘ ਅਜਨਾਲਾ ਲਿਖਦੇ ਨੇ, ਉਹ ਕਹਿੰਦੇ ਨੇ ਕਿ ਇਹ ਹੈ ਕਿ ਉਪਰੋਕਤ ਤੱਥ ਮੈਂ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਸਨ, ਪਰ ਉਹਨਾਂ ਦੇ ਮੁਤਾਬਿਕ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਬਾਅ ਕਰਕੇ ਉਹ ਇੰਟਰਨੈਸ਼ਨਲ ਡਰੱਗ ਸਮਗਲਰ ਸੱਤਾ ਪਿੰਡੀ ਖਿਲਾਫ ਕਾਰਵਾਈ ਤੋਂ ਅਸਮਰੱਥ ਹਨ। ਬਾਅਦ ਵਿੱਚ ਮੈਂ ਮਾਨਯੋਗ ਹਾਈ ਕੋਰਟ ਵੱਲੋਂ ਬਣਾਈ ਗਈ SIT ਕੋਲ ਪੇਸ਼ ਹੋ ਕੇ ਸਾਰੀ ਜਾਣਕਾਰੀ ਦਿੱਤੀ ਸੀ, ਪਰ ਉਹਨਾਂ ਨੇ ਵੀ ਕਾਰਵਾਈ ਤੋਂ ਅਸਮਰੱਥਤਾ ਜਤਾਈ, ਜਿਸ ਤੋਂ ਲੱਗਦਾ ਹੈ ਕਿ 6000 ਕਰੋੜ ਦੇ ਇਸ ਡਰੱਗ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਅਤੇ ਉਸ ਦੇ ਭਾਈਵਾਲ ਕਰੀਬੀ ਦੋਸਤਾਂ ਸਤਪ੍ਰੀਤ ਸੱਤਾ ਅਤੇ ਪਰਮਿੰਦਰ ਸਿੰਘ ਪਿੰਦੀ ਦੀ ਸ਼ਮੂਲੀਅਤ ਕਰਕੇ ਇਸ ਕੇਸ ਨੂੰ ਖੁਰਦ-ਬੁਰਦ ਕਰਨ ਦੀ ਤਿਆਰੀ ਹੈ। ਇਸ ਲਈ ਮੈਂ ਉਪਰੋਕਤ ਤੱਥ ਅਤੇ ਸੱਚਾਈ ਆਪ ਦੇ ਧਿਆਨ ਵਿੱਚ ਲਿਆ ਕੇ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਦੀ ਬੇਨਤੀ ਕਰਦਾ ਹਾਂ ਅਤੇ ਜੇਕਰ ਅੱਜ ਅਸੀਂ ਡਰੱਗ ਕੇਸ ਵਿੱਚ ਮੁੱਖ ਦੋਸ਼ੀਆਂ ਖਿਲਾਫ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੀ ਪੀੜ੍ਹੀਆਂ ਸਾਨੂੰ ਨੌਜਵਾਨੀ ਦੇ ਕਾਣ ਲਈ ਜ਼ਿੰਮੇਵਾਰ ਸਮਝਣਗੀਆਂ ਅਤੇ ਕਦੇ ਵੀ ਮਾਫ ਨਹੀਂ ਕਰਨਗੀਆਂ। ਸਾਈਨਡ ਅਮਰਪਾਲ ਸਿੰਘ ਅਜਨਾਲਾ, ਮਿਤੀ 17 ਮਾਰਚ 2016। ਸੋ 17 ਮਾਰਚ 2016 ਯਾਨੀ ਕਿ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੇ ਵਿੱਚੋਂ ਬਾਹਰ ਹੋਣ ਤੋਂ ਠੀਕ 1 ਸਾਲ ਪਹਿਲਾਂ ਤੱਕ ਪ੍ਰਕਾਸ਼ ਸਿੰਘ ਬਾਦਲ ਨੂੰ ਉਸੇ ਦੇ ਚੀਫ ਪਾਰਲੀਮਾਨੀ ਸਕੱਤਰ ਅਮਰਪਾਲ ਸਿੰਘ ਅਜਨਾਲਾ ਨੇ ਸਾਰੀ ਦੀ ਸਾਰੀ ਗੱਲਬਾਤ ਦੱਸਦੀ ਸੀ, ਲੇਕਿਨ 1 ਸਾਲ ਤੱਕ ਕੁਝ ਵੀ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤਾ। ਇਸ ਦੌਰਾਨ ਜਿਹੜੀ ਪਟਿਆਲਾ ਪੁਲਿਸ ਦੀ ਪੜਤਾਲ ਸੀ ਤੇ ਹਾਈ ਕੋਰਟ ਵੱਲੋਂ ਜਿਹੜੀ ਸਿੱਟ ਬਣਾਈ ਗਈ ਸੀ, ਹੁਣ ਤੁਹਾਨੂੰ ਯਾਦ ਹੋਏਗਾ
ਕਿ ਬਿਕਰਮ ਸਿੰਘ ਮਜੀਠੀਆ ਨੇ ਅਕਸਰ ਆਪਣੇ ਬਚਾਅ ਦੇ ਵਿੱਚ ਜਿਹੜੀਆਂ ਪ੍ਰੈਸ ਕਾਨਫਰੰਸਿਸ ਕੀਤੀਆਂ ਨੇ ਉਹਨਾਂ ਵਿੱਚ ਇੱਕ ਉਹ ਬਾਰ-ਬਾਰ ਸਿੱਟ ਦਾ ਹਵਾਲਾ ਦਿੰਦੇ ਨੇ ਤੇ ਕਹਿੰਦੇ ਨੇ ਕਿ ਦੇਖੋ ਐਡੇ ਵੱਡੇ IPS ADGP IG ਲੈਵਲ ਦੇ ਅਧਿਕਾਰੀ ਸਨ, ਨਾਗੇਸ਼ਵਰ ਰਾਓ, ਵੀ ਨੀਰਜਾ ਅਤੇ ਈਸ਼ਵਰ ਜਿਹੜੇ ਚੰਦਰ, ਇਹ ਤਿੰਨ ਸੀਨੀਅਰ IPS ਅਫਸਰਾਂ ਦੀ ਜਿਹੜੀ ਸਿੱਟ ਹਾਈ ਕੋਰਟ ਵੱਲੋਂ ਬਣਾਈ ਗਈ ਸੀ, ਉਹਨਾਂ ਨੇ ਕਥਿਤ ਤੌਰ ਤੇ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦਿੱਤੀ ਜਾਂ ਕਹਿ ਲਈਏ ਵੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੇ ਕੁਝ ਵੀ ਨਹੀਂ ਪਾਇਆ। ਅਮਰਪਾਲ ਸਿੰਘ ਬੋਨੀ ਅਜਨਾਲਾ ਜਿਹੜੇ ਹੈਗੇ ਨੇ ਇਸ ਚਿੱਠੀ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕਰ ਰਹੇ ਨੇ ਕਿ ਪਹਿਲਾਂ ਤਾਂ SSP ਹਰਦਿਆਲ ਸਿੰਘ ਮਾਨ ਨੇ ਇੱਕ ਗਲਤ ਜਾਂਚ ਕੀਤੀ, ਉਹਨਾਂ ਦੇ ਪਰਿਵਾਰ ਦੇ ਜਿਹੜੇ ਸਾਥੀ ਸਨ ਉਹਨਾਂ ਦੀ ਇੱਕ ਮਜ਼ਬੂਤ ਵਾਹ ਸਨ, ਬਿੱਟੂ ਔਲਖ ਨੂੰ ਇਸ ਕੇਸ ਦੇ ਵਿੱਚ ਇੰਪਲੀਕੇਟ ਕਰਤਾ ਗਿਆ ਤੇ ਇਸ ਦੇ ਨਾਲ ਹੀ ਇਹ ਜਿਹੜੇ ਤਿੰਨ ਅਫਸਰਾਂ ਦੀ ਜਿਹੜੀ ਸਿੱਟ ਸੀ ਉਸ ਵੱਲੋਂ ਵੀ ਉਹਨਾਂ ਵੱਲੋਂ ਜਿਹੜੇ ਵੀ ਸਬੂਤ ਉਹਨਾਂ ਦੇ ਸਾਹਮਣੇ ਰੱਖੇ ਗਏ ਸੱਤੇ ਪਿੰਡੀ ਜਾਂ ਫਿਰ ਲਾਡੀ ਦੇ ਸੰਦਰਭ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਇਨਵੋਲਵਮੈਂਟ ਦੀ, ਇਹ ਸਾਰੀ ਗੱਲਾਂ ਬਾਤਾਂ ਨੂੰ ਅੱਖੋਂ ਪਰੋਖੇ ਕਰਕੇ ਸਿੱਟ ਨੇ ਜਾਂਚ ਹੀ ਨਹੀਂ ਕੀਤੀ। ਯਾਨੀ ਕਿ ਉਹ ਜਿਹੜੇ ਸੀਨੀਅਰ IPS ਅਫਸਰ ਸਨ ਜਿਨ੍ਹਾਂ ਨੂੰ ਕੋਰਟ ਬਿਕਰਮ ਸਿੰਘ ਮਜੀਠੀਆ ਆਪਣੀ ਹਰ ਪ੍ਰੈਸ ਕਾਨਫਰੰਸ ਵਿੱਚ ਕਰ ਰਹੇ ਨੇ ਉਹਨਾਂ ਦੀ ਅਣਗਹਿਲੀ ਸੀ। ਉਹਨਾਂ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਇਸ ਜਿੰਨੇ ਵੀ ਇਲਜ਼ਾਮ ਉਹਨਾਂ ਵੱਲੋਂ ਲਾਏ ਗਏ, ਜਿੰਨੇ ਵੀ ਤੱਥ ਉਹਨਾਂ ਵੱਲੋਂ ਪੇਸ਼ ਕੀਤੇ ਗਏ, ਅਮਰਪਾਲ ਸਿੰਘ ਅਜਨਾਲਾ ਜਿਹੜੇ ਸੀ ਉਹ ਇਸ ਕੇਸ ਦੇ ਇੱਕ ਬਹੁਤ ਵੱਡੇ ਗਵਾਹ ਹੋ ਸਕਦੇ ਸੀਗੇ, ਪਟਿਆਲਾ ਪੁਲਿਸ ਦੇ ਸਾਹਮਣੇ ਵੀ ਹੋ ਸਕਦੇ ਸੀਗੇ। ਖੈਰੇ ਆਪਾਂ ਮੰਨ ਕੇ ਚੱਲਦੇ ਅਕਾਲੀ ਦਲ ਦੀ ਸਰਕਾਰ ਦੇ ਵਕਤ ਇੱਕ ਛੋਟੇ ਜਿਹੇ SSP ਦੀ ਕੀ ਮਜਾਲ ਹੈ ਕਿ ਉਹ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਦੇ ਖਿਲਾਫ ਕਾਰਵਾਈ ਕਰ ਲੈਂਦੇ, ਲੇਕਿਨ ਇਹ ਜਿਹੜੀ ਸਿੱਟ ਹਾਈ ਕੋਰਟ ਦੀ ਦੇਖ-ਰੇਖ ਵਿੱਚ ਬਣੀ ਸੀ, ਇਸ ਕੋਲ ਕੀ ਆਧਾਰ ਸੀ ਅਮਰਪਾਲ ਸਿੰਘ ਅਜਨਾਲਾ ਦੇ ਇਹ ਸਾਰੇ ਇਲਜ਼ਾਮਾਂ ਜਾਂ ਉਸ ਵੱਲੋਂ ਜਿਹੜੀ ਗਵਾਹੀ ਦਿੱਤੀ ਜਾ ਰਹੀ ਸੀ ਉਸ ਨੂੰ ਰਿਕਾਰਡ ਤੇ ਨਾ ਲਿਆਉਣ ਦੇਣ ਦਾ। ਸੋ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਇੱਕ ਮੁੱਖ ਮੰਤਰੀ ਵੀ ਇਸ ਨੂੰ ਅੱਖੋਂ ਪਰੋਕੇ ਕੀਤਾ, ਉਸ ਤੋਂ ਪਹਿਲਾਂ ਸਿੱਟ ਵੀ ਇਸ ਨੂੰ ਅਣਗਹਿਲੀ ਜਾਂ ਇਗਨੋਰ ਕਰ ਜਾਂਦੀ ਹੈ, ਲੇਕਿਨ ਇਸ ਤੋਂ ਵੀ ਵੱਡੀ ਜਿਹੜੀ ਤਰਾਸਦੀ ਅਨਫੋਲਡ ਹੋਣੀ ਸੀ ਉਹ 2017 ਤੋਂ ਬਾਅਦ ਹੋਣੀ ਸੀ। ਵੱਡੇ ਮਗਰਮੱਛਾਂ ਨਸ਼ੇ ਦੇ ਵਪਾਰ ਦੇ ਵਿੱਚ ਇਨਵੋਲਵ ਵੱਡੇ ਮਗਰਮੱਛਾਂ ਦੇ ਉੱਤੇ ਹੱਥ ਪਾਉਣ ਦੀ ਸਹੁੰ ਚੁੱਕ ਕੇ ਸੱਤਾ ਦੇ ਵਿੱਚ ਆਉਣ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਤੇ ਉਹਨਾਂ ਦੀ ਜਿਹੜੀ STF ਨੇ ਜੋ ਭੂਮਿਕਾ ਅਦਾ ਕੀਤੀ ਉਹ ਸਭ ਤੋਂ ਜ਼ਿਆਦਾ ਸ਼ਰਮਨਾਕ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਆਪਾਂ 1 ਮਿੰਟ ਲਈ ਸਾਈਡ ਤੇ ਰੱਖਦੇ ਹਾਂ, ਲੇਕਿਨ STF ਦੇ ਮੁਖੀ ਹਰਪ੍ਰੀਤ ਸਿੱਧੂ, ਇਹ ਅਮਰਪਾਲ ਸਿੰਘ ਬੋਨੀ ਚੀਫ ਪਾਰਲੀਮੈਂਟਰੀ ਸੈਕਟਰੀ ਦੀ ਚਿੱਠੀ, ਇਸ ਦੇ ਵਿੱਚ ਕਹੀਆਂ ਗਈਆਂ ਗੱਲਾਂ, ਇਸ ਦੇ ਵਿੱਚ ਦਿੱਤਾ ਗਿਆ ਕਲਿੰਚਿੰਗ ਐਵੀਡੈਂਸ ਜੋ ਕਿ ਕਿਸੇ ਵੀ ਤਫਤੀਸ਼ੀਆ ਜਾਂ ਜਾਂਚ ਪੜਤਾਲ ਏਜੰਸੀ ਲਈ ਮੋਰ ਦੈਨ ਸਫੀਸ਼ੀਐਂਟ ਸੀ, ਇਸ ਨੂੰ ਨਾ ਤਾਂ ਰਿਕਾਰਡ ਤੇ ਲਿਆ ਗਿਆ ਨਾ ਹੀ ਕੋਈ ਪੁੱਛਗਿੱਛ ਕੀਤੀ ਗਈ, ਇਸ ਨੂੰ ਇਗਨੋਰ ਕੀਤਾ ਗਿਆ ਤੇ ਉਹ STF ਜੋ ਕਿ ਮੈਂਡੇਟਡ ਸੀ ਹਾਈ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ED ਦੀ ਰਿਪੋਰਟ ਜਾਂ ED ਦੇ ਖੁਲਾਸਿਆਂ ਤੋਂ ਬਾਅਦ ਹੋਰ ਪੜਤਾਲ ਕਰਨ ਲਈ ਉਸ ਨੇ ਵੀ ਬਹੁਤ ਹੀ ਕਨਵੀਨੀਐਂਟਲੀ ਅਮਰਪਾਲ ਸਿੰਘ ਅਜਨਾਲਾ ਦੀ ਇਸ ਸਾਰੀ ਗੱਲਾਂ ਬਾਤਾਂ, ਇਹ ਸਾਰੇ ਦੇ ਜਿਹੜੇ ਫੈਕਟਸ ਉਸ ਨੇ ਸਾਹਮਣੇ ਲਿਆਂਦੇ ਸਨ, ਇਹ ਡਿਬੇਟੇਬਲ ਹੋ ਸਕਦੇ ਨੇ, ਆਰਗੂਏਬਲ ਹੋ ਸਕਦੇ ਨੇ, ਇਹਨਾਂ ਫੈਕਟਸ ਦੇ ਵਿੱਚ ਕੁਝ ਉਣਤਾਈਆਂ ਹੋ ਸਕਦੀਆਂ ਨੇ, ਕਮੀਆਂ ਹੋ ਸਕਦੀਆਂ ਨੇ, ਲੇਕਿਨ ਇਸੇ ਤਰੀਕੇ ਦੀ ਗਵਾਹੀਆਂ ਦੇ ਆਧਾਰ ਉਤੇ ਬਹੁਤ ਵੱਡੇ ਘੁਟਾਲਿਆਂ ਦੇ ਵਿੱਚ ਸਜ਼ਾਵਾਂ ਹੁੰਦੀਆਂ ਨੇ ਜੋ ਕਿ ਸੁਪਰੀਮ ਕੋਰਟ ਦੇ ਪੱਧਰ ਤੱਕ ਸਸਟੇਨ ਕੀਤੀਆਂ ਜਾਂਦੀਆਂ ਨੇ। ਸੋ ਇਸ ਗਵਾਹੀ ਨੂੰ ਇਗਨੋਰ ਕੀਤੇ ਜਾਣ ਦਾ ਕੀ ਕਾਰਨ ਸੀ? ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰਾਂ ਉਸ ਦੌਰਾਨ ਬਣੀਆਂ ਸਿੱਟਾਂ, ਉਸ ਦੀ ਤਫਤੀਸ਼ ਏਜੰਸੀਆਂ ਨੇ ਇਸ ਨੂੰ ਇਗਨੋਰ ਕੀਤਾ, ਇਟ ਵਾਸ ਵੈਲ ਅੰਡਰਸਟੂਡ, ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਡਰੱਗਸ ਦੇ ਕੇਸ ਦੇ ਉੱਤੇ STF ਬਣੀ ਹੋਵੇ, ਉਸ ਦੇ ਮੁਖੀ ਹਰਪ੍ਰੀਤ ਸਿੱਧੂ ਜਿਨ੍ਹਾਂ ਦੇ ਉੱਤੇ ਇਲਜ਼ਾਮ ਵੀ ਬਾਅਦ ਦੇ ਵਿੱਚ ਲੱਗੇ ਤੇ ਈਵਨ ਬਿਕਰਮ ਸਿੰਘ ਮਜੀਠੀਆ ਤੇ ਹਰਪ੍ਰੀਤ ਸਿੱਧੂ ਨੇ ਸਪਸ਼ਟੀਕਰਨ ਦਿੱਤੇ ਤਫਤੀਸ਼ ਦੇ ਦੌਰਾਨ ਅਤੇ ਪਬਲਿਕ ਮੰਚਾਂ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਹਰਪ੍ਰੀਤ ਸਿੰਘ ਸਿੱਧੂ ਆਪਣੇ ਪਰਿਵਾਰਾਂ ਦੀ ਆਪਸ ਦੀ ਜਿਹੜੀ ਸ਼ਰੀਕੇਬਾਜ਼ੀ ਜਾਂ ਉਹਨਾਂ ਦੀ ਆਪਸ ਦੀ ਕੁੜੱਤਣ ਦੀ ਦੁਹਾਈਆਂ ਜਾਂ ਹਵਾਲੇ ਦਿੰਦੇ ਹੋਏ ਨਜ਼ਰ ਆਏ, ਲੇਕਿਨ ਫੈਕਟ ਆਫ ਦਾ ਮੈਟਰ ਸੀ ਕਿ STF ਨੇ ਉਹਨਾਂ ਹੀ ਪੜਤਾਲੀ ਟੀਮਾਂ ਜੋ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ ਦੇ ਵਕਤ ਇਸ ਅਮਰਪਾਲ ਸਿੰਘ ਅਜਨਾਲੇ ਦੀ ਸਟੇਟਮੈਂਟ ਨੂੰ ਇਗਨੋਰ ਕਰਦੀਆਂ ਰਹੀਆਂ, ਉਸੇ ਤਰਜ਼ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਉਸ ਦੀ STF ਨੇ ਵੀ ਇਸ ਚੀਜ਼ ਨੂੰ ਇਗਨੋਰ ਕਰਤਾ। ਸੋ ਅਮਰਪਾਲ ਸਿੰਘ ਬੋਨੀ ਦੀ ਇਹ ਸਟੇਟਮੈਂਟ ਤੋਂ ਉਹ ਕਦੀ ਵੀ ਨਹੀਂ ਥਿਰਕੇ, ਉਹ ਪਟਿਆਲੇ ਦੇ SSP ਕੋਲ ਗਏ, ਉਹ ਸਿੱਟ ਕੋਲ ਗਏ, ਉਹ STF ਕੋਲ ਜਾਣਾ ਚਾਹੁੰਦੇ ਸੀ, ED ਦੇ ਕੋਲੋਂ ਨਹੀਂ ਗਏ, ਨਾ ਹੀ ED ਨੇ ਉਹਨਾਂ ਨੂੰ ਬੁਲਾਇਆ। ਇੱਥੇ ਇੱਕ ਚੀਜ਼ ਨੂੰ ਥੋੜਾ ਜਿਹਾ ਐਕਸਪਲੇਨ ਕਰੀਏ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਰਿਪੋਰਟ ਸੀ ਉਸ ਦੇ ਮੁਤਾਬਕ ਅਜਨਾਲਾ ਦੇ ਇਲਾਕੇ ਦੇ ਵਿੱਚ ਹੋ ਰਹੀ ਰੇਤੇ ਦੀ ਇਲੀਗਲ ਮਾਈਨਿੰਗ ਦੇ ਵਿੱਚ ਅਕਾਲੀ ਦਲ ਦੇ ਕਈ ਲੀਡਰ ਜਿਨ੍ਹਾਂ ਵਿੱਚ ਰੋਜ਼ੀ ਬਰਕੰਦੀ ਦਾ ਤੇ ਕਦੇ ਹੋਰ ਲੀਡਰ ਦਾ ਨਾਂ ਆਇਆ, ਉਸ ਦੇ ਤਹਿਤ ਜਿਹੜਾ ਅਮਰਪਾਲ ਸਿੰਘ ਅਜਨਾਲਾ ਜਾਂ ਬੋਨੀ ਅਜਨਾਲਾ ਨੂੰ ਵੀ ਇਸ ਰੇਤੇ ਦੀ ਮਾਈਨਿੰਗ ਦੇ ਆਪਰੇਸ਼ਨ ਦੇ ਵਿੱਚ ED ਨੇ ਮੰਨਿਆ ਸੀ ਕਿ ਉਸ ਦੀ ਇਨਵੋਲਵਮੈਂਟ ਹੈ। ED ਦੇ ਬਾਕਾਇਦਾ ਰਿਪੋਰਟ ਦੇ ਵਿੱਚ ਦਰਜ ਸੀ। ਸੋ ED ਅਮਰਪਾਲ ਸਿੰਘ ਬੋਨੀ ਨੂੰ ਇੱਕ ਕ੍ਰੈਡੀਬਲ ਗਵਾਹ ਨਹੀਂ ਮੰਨਦੀ ਸੀ। ਅਕਾਲੀ ਦਲ ਦਾ ਲੀਡਰ ਹੋਣ ਦੇ ਕਾਰਨ,
ਅਕਾਲੀ ਦਲ ਦਾ ਵਿਧਾਇਕ ਹੋਣ ਦੇ ਕਾਰਨ ਅਕਾਲੀ ਦਲ ਦੇ ਨਾਲ ਉਸ ਦੀ ਸਾਂਝ ਤੇ ਰੇਤੇ ਦੇ ਇਸ ਬਿਜ਼ਨਸ ਦੇ ਵਿੱਚ ਉਸ ਦੀ ਕਥਿਤ ਜਿਹੜੀ ਮਿਲੀ ਭੁਗਤ ਸੀ, ਇਸ ਕਾਰਨ ਈਡੀ ਉਸ ਨੂੰ ਇੱਕ ਰਿਲਾਇਬਲ ਐਵੀਡੈਂਸ ਦੇ ਤੌਰ ਤੇ ਨਹੀਂ ਮੰਨਦੀ ਸੀ। ਲੇਕਿਨ ਇੱਕ ਦੂਸਰਾ ਐਸਪੈਕਟ ਸੀ ਕਿ ਈਡੀ ਨੂੰ ਇਸ ਚਿੱਠੀ ਜੋ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ, ਜਿਸ ਦੇ ਵਿੱਚ ਐਡੇ ਗੰਭੀਰ ਦੂਸ਼ਣ ਆਪਣੇ ਹੀ ਅਕਾਲੀ ਸੀਪੀਐਸ ਜਾਂ ਐਮਐਲਏ ਵੱਲੋਂ ਲਾਤੇ ਗਏ, ਉਸ ਚੀਜ਼ ਦਾ ਜਾਣਕਾਰੀ ਵੀ ਘੱਟ ਸੀ ਤੇ ਉਹਨਾਂ ਨੂੰ ਇਸ ਪੋਟੈਂਸ਼ੀਅਲ ਐਵੀਡੈਂਸ ਦੀ ਵੈਲਿਊ ਬਾਰੇ ਓਡੀ ਨਾ ਤਾਂ ਸਮਝ ਸੀ ਤੇ ਬਾਅਦ ਦੇ ਵਿੱਚ ਜਿਸ ਤਰੀਕੇ ਦਾ ਈਡੀ ਦੀ ਤਫਤੀਸ਼ ਦਾ ਜੋ ਹਾਲ ਹੋਇਆ, ਨਿਰੰਜਨ ਸਿੰਘ ਨੂੰ ਖਰਾਬ ਕੀਤਾ ਗਿਆ, ਉਸ ਤੋਂ ਬਾਅਦ ਦੇ ਤਫਤੀਸ਼ੀ ਏਜੰਸੀਆਂ ਜਾਂ ਤਫਤੀਸ਼ੀ ਜਿਹੜੇ ਅਫਸਰ ਸਨ ਉਹਨਾਂ ਨੇ ਜ਼ਿਆਦਾ ਰੁਚੀ ਨਹੀਂ ਦਿਖਾਈ। ਕੇਂਦਰ ਸਰਕਾਰ ਤੋਂ ਇੱਕ ਬਹੁਤ ਵੱਡਾ ਪ੍ਰੈਸ਼ਰ ਜਿਹੜਾ ਕਿ ਈਡੀ ਦੇ ਉੱਤੇ ਪਿਆ ਤੇ ਇਸ ਜਾਂਚ ਨੂੰ ਖੁਰਦ-ਬੁਰਦ, ਜਿਵੇਂ ਪੰਜਾਬ ਪੁਲਿਸ ਨੇ ਕੀਤਾ, ਸਿੱਟਾਂ ਨੇ ਕੀਤਾ, ਉਵੇਂ ਹੀ ਈਡੀ ਨੇ ਵੀ ਇਸ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਸਾਰੇ ਹਾਲਾਤਾਂ ਦੇ ਚੱਲਦੇ ਹੋਏ ਅਮਰਪਾਲ ਸਿੰਘ ਅਜਨਾਲੇ ਦੀ ਜਿਹੜੀ ਚਿੱਠੀ ਸੀ, ਇਹ ਉਹੀ ਲੈਟਰ ਬੌਂਬ ਸੀ ਜੋ ਕਿ ਐਕਸਪਲੋਡ ਹੁੰਦਾ ਰਹਿ ਗਿਆ। ਅਖੀਰ ਦੇ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ 20 ਦਸੰਬਰ 2021 ਨੂੰ ਚਰਨਜੀਤ ਚੰਨੀ ਦੀ ਸਰਕਾਰ ਦੇ ਸਮੇਂ ਕੇਸ ਰਜਿਸਟਰ ਹੁੰਦਾ ਹੈ ਤੇ ਇੱਕ ਸਿੱਟ ਜੋ ਕਿ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਬਣਦੀ ਹੈ, ਉਹਦੇ ਵੱਲੋਂ 7 ਫਰਵਰੀ ਨੂੰ ਅਮਰਪਾਲ ਸਿੰਘ ਬੋਨੀ ਨੂੰ ਇਸ ਚਿੱਠੀ ਦੇ ਆਧਾਰ ਉੱਤੇ ਬੁਲਾਇਆ ਜਾਂਦਾ ਹੈ। ਇਸ ਚਿੱਠੀ ਦੇ ਜਿੰਨੇ ਵੀ ਕੰਟੈਂਟਸ ਹੈ, ਜੋ ਵੀ ਦੂਸ਼ਣ ਲਾਏ ਗਏ ਉਹਦਾ ਬਾਰੇ ਉਸ ਤੋਂ ਜਾਣਕਾਰੀ ਮੰਗੀ ਜਾਂਦੀ ਹੈ। ਲੇਕਿਨ ਜਿਹੜੀ ਹਾਈ ਕੋਰਟ ਦੇ ਵਿੱਚ ਹੁਣ ਪਟੀਸ਼ਨ ਅਮਰਪਾਲ ਬੋਨੀ ਨੇ ਪਾਈ ਹੈ, ਉਸ ਵਿੱਚ ਇਲਜ਼ਾਮ ਉਹਨਾਂ ਵੱਲੋਂ ਇਹ ਲਾਇਆ ਗਿਆ ਤੇ ਕਾਫੀ ਹੱਦ ਤੱਕ ਉਹ ਇਲਜ਼ਾਮ ਸਹੀ ਇਸ ਵਾਸਤੇ ਹੋ ਸਕਦੇ ਨੇ ਕਿ ਜਿਹੜੀ ਬਲਰਾਜ ਸਿੰਘ ਵਾਲੀ ਸਿੱਟ ਸੀ, ਉਸ ਨੇ ਤਾਂ ਬਿਕਰਮ ਸਿੰਘ ਮਜੀਠੀਏ ਤੋਂ 1 ਘੰਟੇ ਦੀ ਅਦਾਲਤੀ ਕਮਰੇ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਬਿਨਾਂ ਕੋਈ ਪੁਲਿਸ ਰਿਮਾਂਡ ਲਏ ਹੀ ਉਸ ਨੂੰ ਜੇਲ੍ਹ ਦੇ ਵਿੱਚ ਭੇਜਤਾ ਸੀ। ਸੋ ਪੁਲਿਸ ਦੀ ਉਹ ਸਿੱਟ ਜੋ ਕਿ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਦੇ ਵਿੱਚ ਇੰਟਰਸਟਿਡ ਨਾ ਹੋਵੇ, ਉਸ ਨੇ ਅਮਰਪਾਲ ਬੋਨੀ ਜੋ ਕਿ ਆਪਣੇ ਇਹਨਾਂ ਬਿਆਨਾਂ ਉੱਤੇ ਕਾਇਮ ਹੈ। ਆਪਾਂ ਮੰਨ ਕੇ ਚੱਲੇ ਵੀ 2016 ਦੇ ਵਿੱਚ ਅਮਰਪਾਲ ਬੋਨੀ ਅਕਾਲੀ ਦਲ ਦਾ ਮੈਂਬਰ ਸੀ। ਇਸ ਦੌਰਾਨ ਰਤਨ ਸਿੰਘ ਅਜਨਾਲਾ ਕੁਝ ਸਮੇਂ ਲਈ ਟਕਸਾਲੀ ਅਕਾਲੀ ਦਲ ਦੇ ਬਣਦਿਆਂ ਹੀ ਅਲੱਗ ਜ਼ਰੂਰ ਹੋਏ। ਅਮਰਪਾਲ ਬੋਨੀ ਵੀ ਪਾਰਟੀ ਤੋਂ ਅਲੱਗ ਹੋਏ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਵਾਪਸ ਆਪਣੇ ਫੋਲਡ ਦੇ ਵਿੱਚ ਲੈ ਲਿਆ ਤੇ ਅੱਜ ਵੀ ਅਮਰਪਾਲ ਬੋਨੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਈਸ ਪ੍ਰੈਜ਼ੀਡੈਂਟ ਨੇ। ਸੋ ਅਮਰਪਾਲ ਬੋਨੀ ਲਗਾਤਾਰ 2016 ਤੋਂ ਲੈ ਕੇ 2022 ਤੱਕ ਇਸ ਆਪਣੇ ਬਿਆਨ ਦੇ ਉੱਤੇ ਕਾਇਮ ਨੇ। 7 ਫਰਵਰੀ 2022 ਨੂੰ ਜਦੋਂ ਬਲਰਾਜ ਸਿੰਘ ਦੀ ਸਿੱਟ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਜਾਂ ਉਸ ਤੋਂ ਪਹਿਲਾਂ ਹਾਲਾਂਕਿ ਮਾਡਲ ਕੋਡ ਆਫ ਕੰਡਕਟ ਲੱਗਾ ਹੁੰਦਾ ਹੈ, ਇਲੈਕਸ਼ਨ ਹੋਣ ਵਾਲਾ ਹੁੰਦਾ ਹੈ, ਲੇਕਿਨ ਜਦੋਂ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਇਹ ਬੋਨੀ ਦਾ ਇਲਜ਼ਾਮ ਹੈ ਕਿ ਬਲਰਾਜ ਸਿੰਘ ਨੇ ਕਿਹਾ ਕਿ ਹੁਣ ਤਾਂ ਸਰਕਾਰ ਅਕਾਲੀ ਦਲ ਦੀ ਆਉਣ ਵਾਲੀ ਹੈ, ਤੁਸੀਂ ਇਸ ਤਫਤੀਸ਼ ਨੂੰ ਫੋਲੋ ਕਰਕੇ ਕੀ ਹਾਸਲ ਤੇ ਸਾਬਤ ਕਰਨਾ ਚਾਹੁੰਦੇ ਹੋ। ਇਹ ਸਾਰੇ ਦੇ ਸਾਰੇ ਇਲਜ਼ਾਮ, ਇਹ ਸਾਰੇ ਦੇ ਸਾਰੇ ਜਿਹੜੇ ਦੂਸ਼ਣ ਹੈਗੇ ਨੇ, ਅਮਰਪਾਲ ਬੋਨੀ ਨੇ ਹਾਈ ਕੋਰਟ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਵੱਲੋਂ ਜਿਹੜੀ ਪਟੀਸ਼ਨ ਜਿਸ ਦੇ ਉੱਤੇ ਇੱਕ ਨੋਟਿਸ ਆਫ ਮੋਸ਼ਨ ਹੈ 23 ਮਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਲੀਜ਼ਾ ਗਿੱਲ ਵੱਲੋਂ ਜਾਰੀ ਕਰਤਾ ਗਿਆ ਹੈ, ਉਸ ਵਿੱਚ ਇਹ ਸਾਰੀ ਦੀ ਸਾਰੀ ਗੱਲਾਂ, ਸਾਰੇ ਨੁਕਤਿਆਂ ਨੂੰ ਰੇਜ਼ ਕੀਤਾ ਹੈ। ਸੋ ਬਹੁਤ ਹੀ ਮਹੱਤਵਪੂਰਨ ਇਹ ਡਿਵੈਲਪਮੈਂਟ ਹੈ ਇਸ ਬਹੁ ਕਰੋੜੀ ਡਰੱਗ ਘੁਟਾਲੇ ਦੇ ਵਿੱਚ, ਜਿਸ ਵਿੱਚ ਕਿ ਬਿਕਰਮ ਸਿੰਘ ਮਜੀਠੀਆ ਦੀ ਇਹਨਾਂ ਡਰੱਗਸ ਦੇ ਤਸਕਰਾਂ ਸੱਤੇ ਪਿੰਡੀ ਤੇ ਜਿਹੜਾ ਲਾਡੀ ਵਗੈਰਾ ਹੈ ਉਹਨਾਂ ਦੇ ਨਾਲ ਕੀ ਇਨਵੋਲਵਮੈਂਟ ਸੀ, ਕੀ ਭਾਈਵਾਲੀ ਸੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਡਰੱਗ ਦੀ ਇੱਕ ਅਜਿਹੀ ਟ੍ਰਾਂਜੈਕਸ਼ਨ ਜੋ ਕਿ ਮੈਟੀਰੀਅਲਾਈਜ਼ ਨਹੀਂ ਹੋ ਪਾਈ, ਲੇਕਿਨ ਉਹ ਸਿਊਡੋਐਫਿਡਰਿਨ ਦੀ ਸਪਲਾਈ ਜੋ ਕਿ ਬਿੱਟੂ ਔਲਖ ਦੇ ਥਰੂ ਹੋਣੀ ਸੀ, ਨਹੀਂ ਡੀਲ ਹੋ ਪਾਉਂਦੀ। ਐਡਵਾਂਸ ਦੇ ਵਿੱਚ ਲਿਆ ਗਿਆ ਜਿਹੜਾ 1.25 ਕਰੋੜ ਰੁਪਇਆ ਹੁੰਦਾ ਹੈ, ਉਸ ਨੂੰ ਜਦੋਂ ਵਾਪਸ ਕਰਨਾ ਹੁੰਦਾ ਤੇ ਇੱਕ ਪਲਾਟ ਜਿਹੜਾ ਹੈ ਉਸ ਨੂੰ ਟ੍ਰਾਂਸਫਰ ਕਰਤਾ ਜਾਂਦਾ ਹੈ ਮਜੀਠੀਆ ਪਰਿਵਾਰ ਦੇ ਨਾਂ ਦੇ ਉੱਤੇ, ਗਨੀਵ ਕੌਰ ਮਜੀਠੀਆ ਦੇ ਨਾਂ ਦੇ ਉੱਤੇ। ਹੁਣ ਇਸ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਕਿ ਇਸ ਵਕਤ ਮੈਂ ਤੁਹਾਡੀ ਨਜ਼ਰ ਕਰਨਾ ਚਾਹੁੰਦਾ ਹਾਂ, ਹੁਣੇ ਜਦੋਂ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਪਏ, ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਬਾਤ ਆ ਸਕਦੀ ਹੈ ਕਿ ਅਮਰਪਾਲ ਸਿੰਘ ਅਜਨਾਲਾ ਦੀ ਇਸ ਸਟੇਟਮੈਂਟ, ਇਸ ਗਵਾਹੀ ਦੇ ਉੱਤੇ ਕਿੰਨਾ ਕੁ ਕ੍ਰੈਡੀਬਲੀ ਰਿਲਾਈ ਕੀਤਾ ਜਾ ਸਕਦਾ ਹੈ। ਸੋ ਇੱਕ ਹੋਰ ਬਹੁਤ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਜਿਸ ਤੋਂ ਬਾਅਦ ਕਿ ਕਾਫੀ ਹੱਦ ਤੱਕ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ। ਇਸ ਸਾਲ ਜਨਵਰੀ 2022 4 ਜਨਵਰੀ 2022 ਨੂੰ ਮਜੀਠੇ ਦੀ ਜਿਹੜੀ ਸਬ ਰਜਿਸਟਰਾਰ ਹੈ, ਯਾਨੀ ਕਿ ਉੱਥੋਂ ਦੀ ਜਿਹੜੀ ਤਹਿਸੀਲ ਆਫਿਸ ਹੈ, ਉਸ ਦੇ ਇੱਕ ਕਲਰਕ ਵੱਲੋਂ ਇੱਕ FIR ਰਜਿਸਟਰ ਕਰਵਾਈ ਜਾਂਦੀ ਹੈ ਮਜੀਠੇ ਦੇ ਥਾਣੇ ਦੇ ਵਿੱਚ। ਕੈਨ ਯੂ ਬਿਲੀਵ FIR ਕੀ ਹੈ? ਮੈਂ ਰਿਪੋਰਟ ਦੇ ਪਿਛਲੇ ਹਿੱਸੇ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਕਿ ਵਸੀਕਾ ਨੰਬਰ 1820 ਮਿਤੀ 5 ਮਾਰਚ 2012 ਨੂੰ ਉਹ ਜਿਹੜਾ 32 ਕਨਾਲ ਤੇ 10 ਮਰਲੇ ਦਾ ਪਲਾਟ ਟ੍ਰਾਂਸਫਰ ਹੋਇਆ। ਇਸ ਦੇ ਨਾਲ ਹੀ ਜਿਹੜੇ 1-2 ਹੋਰ ਛੋਟੇ-ਮੋਟੇ ਪਲਾਟ ਗਨੀਵ ਕੌਰ ਮਜੀਠੀਆ ਦੇ ਨਾਂ ਦੇ ਉੱਤੇ 2012 ਦੇ ਵਿੱਚ ਟ੍ਰਾਂਸਫਰ ਹੁੰਦੇ ਨੇ, ਜਿਸ ਵਿੱਚ ਕਿ ਗਨੀਵ ਕੌਰ ਮਜੀਠੀਆ ਜਿਸ ਦੀ ਸ਼ਾਦੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਸ ਵਕਤ ਹੋ ਚੁੱਕੀ ਹੁੰਦੀ ਹੈ, ਉਹ ਗਨੀਵ ਕੌਰ ਮਜੀਠੀਆ ਪਤਨੀ ਬਿਕਰਮ ਸਿੰਘ ਮਜੀਠੀਆ ਲਿਖਿਆ ਹੋਣਾ ਚਾਹੀਦਾ ਸੀ, ਉਹਨਾਂ ਵੱਲੋਂ ਗਨੀਵ ਕੌਰ ਪੁੱਤਰੀ ਅਵਿਨਾਸ਼ ਸਿੰਘ ਦੱਸਿਆ ਗਿਆ। ਉਹ ਜਿਹੜਾ 2012 ਦੇ ਵਿੱਚ ਇਸ ਪਲਾਟ ਦੀ ਟ੍ਰਾਂਸਫਰ ਦਾ ਜਿਹੜਾ ਰੈਵਨਿਊ ਰਿਕਾਰਡ ਸੀ, ਜੋ ਕਿ ਇਸ ਚੀਜ਼ ਨੂੰ ਸਾਬਤ ਕਰਦਾ ਸੀ ਕਿ ਇਸ ਤਰੀਕੇ ਦੀ ਕੋਈ ਟ੍ਰਾਂਜੈਕਸ਼ਨ ਅੰਡਰਵੇ ਸੀ, ਉਸ ਨੂੰ ਆਨਲਾਈਨ ਰਿਕਾਰਡ ਤੋਂ
ਤੇ ਉਸ ਤਹਿਸੀਲ ਦੇ ਆਫਿਸ ਦੇ ਵਿੱਚੋਂ ਗਾਇਬ ਕਰਤਾ ਗਿਆ ਤੇ ਇਸ ਉਤੇ FIR 2022 ਜਨਵਰੀ ਦੇ ਵਿੱਚ ਰਜਿਸਟਰ ਕੀਤੀ ਜਾਂਦੀ ਹੈ। ਕੈਨ ਯੂ ਬਿਲੀਵ ਇਟ ਕਿ ਡਰੱਗ ਦਾ ਜਿਹੜਾ ਮਨੀ ਸੀ ਉਸ ਦੀਆਂ ਜਿਹੜੀਆਂ ਟ੍ਰਾਂਜੈਕਸ਼ਨ ਸੀ, ਬਹੁਤ ਸੀਆਂ ਟ੍ਰਾਂਜੈਕਸ਼ਨ ਹੋ ਪਾਈਆਂ। ਮੇਰੇ ਜਿਹੜੇ ਸੂਤਰਾਂ ਦੀ ਜਾਣਕਾਰੀ ਹੈ, ਜਿਹੜੀਆਂ ਪਹਿਲੀਆਂ ਕੁਝ ਕੰਸਾਈਨਮੈਂਟਸ ਸਟੂਡੀਓਐਫਿਡਰਿਨ ਦੀਆਂ ਜਾਂ ਰॉ ਮਟੀਰੀਅਲ ਜੋ ਕਿ ਮੈਥਾਈਸ ਕ੍ਰਿਸਟਲ ਡਰੱਗ ਲਈ ਕੈਨੇਡਾ ਅਮਰੀਕਾ ਭੇਜਿਆ ਜਾਣਾ ਸੀ, ਉਸ ਨੂੰ ਤੌਲੀਏ ਦੀ ਕੰਸਾਈਨਮੈਂਟ, ਜਿਹੜੇ ਤੌਲੀਏ ਹੁੰਦੇ ਨੇ ਉਹਨਾਂ ਦੇ ਵਿੱਚ ਲਿਕੁਇਡ ਫਾਰਮ ਆਫ ਸਟੂਡੀਓਐਫਿਡਰਿਨ ਨੂੰ ਕਨਵਰਟ ਕੀਤਾ ਗਿਆ। ਤੌਲੀਆਂ ਨੂੰ ਉਹਨਾਂ ਦੇ ਵਿੱਚ ਭਿਓਇਆ ਗਿਆ, ਉਸ ਤੋਂ ਬਾਅਦ ਉਹਨੂੰ ਸੁਖਾ ਲਿਆ ਗਿਆ। ਤੌਲੀਏ ਦੀ ਜਿਹੜੀ ਕੰਸਾਈਨਮੈਂਟਸ ਨੂੰ ਕੰਟੇਨਰ ਭਰ ਕੇ ਕੁਇੰਟਲਾਂ ਦੇ ਜਿਹੜੇ ਕੰਟੇਨਰ ਸੀ ਉਹਨਾਂ ਨੂੰ ਭੇਜਿਆ ਗਿਆ, ਜਿੱਥੋਂ ਕਿ ਬਾਅਦ ਦੇ ਵਿੱਚ ਇਹਨਾਂ ਤੌਲੀਆਂ ਨੂੰ ਹੋਰ ਪ੍ਰੋਸੈਸ ਕਰਕੇ ਉਹਦੇ ਵਿੱਚੋਂ ਡਰੱਗ ਜਿਹੜੀ ਹੈ ਉਸ ਨੂੰ ਐਕਸਟ੍ਰੈਕਟ ਕੈਨੇਡਾ ਅਮਰੀਕਾ ਦੇ ਵਿੱਚ ਕੀਤਾ ਗਿਆ। ਸੋ ਇਸ ਤਰੀਕੇ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਪਟਿਆਲਾ ਪੁਲਿਸ ਤੇ ਹਰਦਿਆਲ ਸਿੰਘ ਮਾਨ ਜਿਹੜੇ SSP ਉਸ ਵਕਤ ਸਨ, ਜਿਨ੍ਹਾਂ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਕਰੈਕ ਵੀ ਰਾਦਰ ਉਹਨਾਂ ਨੇ ਕੀਤਾ ਸੀ, ਖੁਲਾਸਾ ਵੀ ਉਹਨਾਂ ਵੱਲੋਂ ਕੀਤਾ ਗਿਆ, ਲੇਕਿਨ ਫਿਰ ਬਹੁਤ ਕੁਝ ਚੀਜ਼ਾਂ ਨੂੰ ਜਿਹੜਾ ਖੁਰਦ-ਬੁਰਦ ਕੀਤਾ ਗਿਆ, ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਤੇ ਜਾਣਕਾਰੀਆਂ ਨੂੰ ਜਿਹੜਾ ਹੈ ਉਹ ਵਿਦਹੋਲਡ ਕਰ ਲਿਆ ਗਿਆ। ਸੋ ਇਸ ਤਰੀਕੇ ਦੀਆਂ ਜਿਹੜੀਆਂ ਕੰਸਾਈਨਮੈਂਟ ਸ਼ੁਰੂਆਤੀ ਸਟੇਜ ਦੇ ਵਿੱਚ ਭੇਜੀਆਂ ਗਈਆਂ, ਲੇਕਿਨ ਬਿੱਟੂ ਔਲਖ ਜਿਸ ਨੂੰ ਬਾਅਦ ਦੇ ਵਿੱਚ ਕੋਰਟ ਨੇ ਬਰੀ ਕੀਤਾ, ਜੋ ਕਿ ਅਮਰਪਾਲ ਬੋਨੀ ਦਾ ਇੱਕ ਨੇੜਲਾ ਸਾਥੀ ਸੀ। ਅਮਰਪਾਲ ਬੋਨੀ 2016 ਤੋਂ ਲੈ ਕੇ 22 ਤੱਕ ਬਿੱਟੂ ਔਲਖ ਦੇ ਬੇਗੁਨਾਹ ਹੋਣ ਦੀ ਗੱਲਬਾਤ ਲਗਾਤਾਰ ਕਰਦੇ ਆ ਰਹੇ ਸਨ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਿੱਟਾਂ ਦੇ ਸਾਹਮਣੇ। ਬਾਅਦ ਦੇ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰਤਾ। ਉਸ ਦੀ ਇੱਕ ਟ੍ਰਾਂਜੈਕਸ਼ਨ ਸੀ ਜਿਸ ਨੂੰ ਕਿ ਰਿਜੈਕਟ ਕਰਨ, ਸੈਂਪਲ ਫੇਲ ਹੋਣ ਤੋਂ ਬਾਅਦ ਉਸ ਦੀ ਜਿਹੜੀ ਵਾਪਸੀ ਸੀ ਪੈਸੇ ਦੀ, ਉਸ ਦੀ ਜਿਹੜੀ ਐਡਵਾਂਸ ਰਾਸ਼ੀ ਸੀ ਜਦੋਂ ਕਿ ਉਸ ਨੂੰ ਮੋੜਨੀ ਸੀ, ਉਸ ਦੇ ਐਵਜ਼ ਦੇ ਵਿੱਚ ਬਿੱਟੂ ਔਲਖ ਨੇ ਉਹ ਪਲਾਟ ਟ੍ਰਾਂਸਫਰ ਕਰਾਇਆ, ਜਿਨ੍ਹਾਂ ਦਾ ਰੈਵਨਿਊ ਰਿਕਾਰਡ ਇਸ ਵਕਤ ਤਹਿਸੀਲਾਂ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। FIR 2022 ਦੇ ਵਿੱਚ ਜਾ ਕੇ ਲਿਖੀ ਜਾਂਦੀ ਹੈ। ਸੋ ਅੱਜ ਆਪਾਂ ਇਹ ਸਮਝ ਕੇ ਚੱਲੀਏ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਉੱਠ ਰਹੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਸਿਆਸੀ ਰੰਜਿਸ਼ ਜਾਂ ਸਿਆਸੀ ਮੁਫਾਦਾਂ ਦੇ ਚੱਲਦੇ ਜਾਂ ਸਿਆਸੀ ਬਦਲਾਖੋਰੀ ਦੇ ਤਹਿਤ ਪੂਰੀ ਦੀ ਪੂਰੀ ਕਾਰਵਾਈ ਹੋ ਰਹੀ ਹੈ। ਆਪਾਂ ਇਹ ਮੰਨ ਕੇ ਚੱਲੀਏ ਕਿ ED ਦੇ ਨਿਰੰਜਨ ਸਿੰਘ ਵਰਗੇ ਅਧਿਕਾਰੀ ਕੋਈ ਮੂਰਖ ਤੇ ਬੇਵਕੂਫ ਅਧਿਕਾਰੀ ਨਹੀਂ ਸੀ, ਜਿਨ੍ਹਾਂ ਨੇ ਕਿ ਸਿਸਟਮ ਦੇ ਨਾਲ ਲੜਾਈ ਲੜ ਕੇ ਇਸ ਕੇਸ ਨੂੰ ਇੱਕ ਅਜਿਹੇ ਸਿੱਟੇ ਤੱਕ ਪਹੁੰਚਾਇਆ। ਉਲਟਾ ਪੰਜਾਬ ਪੁਲਿਸ ਦੀਆਂ ਸਾਰੀਆਂ ਤਫਤੀਸ਼ਾਂ, ਪਟਿਆਲਾ ਦੇ ਤਤਕਾਲੀ SSP ਤੋਂ ਲੈ ਕੇ ਉਹ ਜਿਹੜੇ IPS ਅਫਸਰਾਂ ਦੀ ਸਿੱਟਾਂ ਬੜੀਆਂ, ਆ ਜਿਹੜੀ STF ਸੋ ਕਾਲਡ ਜਿਹੜੀ ਟਾਊਟਡ ਬਹੁਤ ਹੀ ਜ਼ਿਆਦਾ ਇਫੈਕਟਿਵ STF ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਬਣੀ ਤੇ ਉਸ ਤੋਂ ਬਾਅਦ ਦੀ ਜਿਹੜੀ ਸਿੱਟ ਈਵਨ ਚੰਨੀ ਸਰਕਾਰ ਦੇ ਵਕਤ ਵੀ ਬਣੀ ਸੀ, ਇਹ ਸਾਰੀ ਦੀ ਸਾਰੀ ਤਫਤੀਸ਼ੀਆਂ ਟੀਮਾਂ ਨੇ ਪੱਠਾ ਇਸ ਕੇਸ ਦਾ, ਇਸ ਇਨਵੈਸਟੀਗੇਸ਼ਨ ਨੂੰ ਕੂੜਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਰਸੂਖਦਾਰ ਲੋਕਾਂ ਨੂੰ, ਬਿਕਰਮ ਸਿੰਘ ਮਜੀਠੀਆ ਤੇ ਉਸਦੇ ਜਿਹੜੇ ਉਹ ਸਾਥੀ NRI ਰਹੇ ਹੋ ਸਕਦੇ ਨੇ ਜੋ ਕਿ ਇਹਨਾਂ ਕੇਸਾਂ ਦੇ ਵਿੱਚ ਅਕਿਊਜ਼ਡ ਹੈਗੇ ਨੇ, ਉਹਨਾਂ ਨੂੰ ਮਦਦ ਪਹੁੰਚਾਉਣ ਦੇ ਵਿੱਚ तमाम सरकारां ते उन्हां दे पुलिस महकमिਆਂ ने पूरे जोर लगा के काम किया। चाहे प्रकाश सिंह बादल की सरकार सी जिस कोल तकरीबन 4 साल सी 2013 तो लैके 2017 तक, लेकिन कैप्टन अमरिंदर सिंह की 5 साल की सरकार ते उस दियां STFs वल्लों तां सिरा ही इस केस का लाता गया। सो की है साडे देश की पुलिस ते की है उस दियां पड़तालां। हुण ठीक है, आम आदमी पार्टी की सरकार ने उस सिट नूं चेंज किया है तो वह काफ़ी हद तक एक राइट डायरैक्शन दे विच इस केस की इन्वेस्टिगेशन नूं लिजाएगी। मैं उम्मीद करदा कि इस रिपोर्ट नूं सुनन तो बाद तुहाडे माइंड दे विच काफ़ी हद तक क्लैरिटी आ गई होगी। इन्वेस्टिगेशन स्पैशल इन्वेस्टिगेशन टीम के अधिकारियों नूं इन्हां सवालों के जवाब बिक्रम सिंह मजीठिया तो पुछण की लोड़ है। बिक्रम सिंह मजीठिया के मन दे विच कोई घबराहट इस वास्ते नहीं है ते ना ही होनी चाहिए है, क्योंकि उन्होंने अदालत वालों पहला ही रिलीफ जोड़े है ने बेल की शक्ल के जमानत इस केस के मुकदमे के मिलिया हुई ने। बचाव पक्ष उन्होंने बड़ा तगड़ा है। मुकुल रोहतगी वर्गे वकील उन्होंने पैरवी करनगे, हाई कोर्ट होवे चाहे सुप्रीम कोर्ट होवे। तो बिक्रम सिंह मजीठिया नूं कानूनी ते बचाव पक्षों कोई दिक्कत नहीं है। सिर्फ ये जिहड़े सवाल है ने चुभवे तिखे ते बड़ी सिंपल सीधे सवाल है ने, जे इन्हां बारे वो जानकारी दे सके तो फिर मैनूं लगदा पाक साफ निकल के आउणगे। अदरवाइज उन्हां लई दिक्कतां वध सकदियां ने, बशर्ते जांचकर्तावां दी नीयत साफ होवे, सरकार दी नीयत सिर्फ बदलाखोरी दी ना होवे, बल्कि असल दे विच गड़बड़ां कित्थे होईयां, की घोटाला होया उस दी तह तक पहुंचदी होवे। अज दी रिपोर्ट बारे कोई टिप्पणी होवे, थोड़ी लंबी रिपोर्ट होगी क्योंकि पुरानी रिपोर्ट का हिस्सा मैं इस दे विच ऐड ऑन कीता है। सो इस रिपोर्ट नूं तुसीं झल्लिया, बहुत बहुत धन्नवाद तुहाडा। एक होर रिपोर्ट लैके फिर मिलते हैं ते तुसीं कोई टिप्पणी कोई विचार होण जरूर इस पूरी दी पूरी कंबाइंड रिपोर्ट बारे कमेंट सैक्शन दे विच दे सकदे हो।